Hello everyone, welcome to Saber Classes। ਤਾਂ ਜਿਵੇਂ ਕਿ ਕੱਲ ਦੀ ਕਲਾਸ ਦੇ ਵਿੱਚ ਆਪਾਂ ਕੀਤਾ ਸੀ ਸੀਟੈਟ ਦਾ ਜਿਹੜਾ ਦਸੰਬਰ 2019 ਦਾ ਪੇਪਰ ਕੀਤਾ ਸੀ ਫਸਟ ਲੈਂਗੁਏਜ ਦਾ, ਬਿਲਕੁਲ ਉਸੇ ਹੀ ਤਰੀਕੇ ਨਾਲ ਅੱਜ ਆਪਾਂ ਡਿਸਕਸ ਕਰਾਂਗੇ 2019 ਦਸੰਬਰ ਦਾ ਪੇਪਰ ਫਸਟ ਦਾ ਲੈਂਗੁਏਜ ਸੈਕੰਡ ਦਾ ਪੇਪਰ ਜੀ। ਲੈਂਗੁਏਜ ਸੈਕੰਡ ਦਾ ਪੇਪਰ ਕਰਾਂਗੇ ਡਿਸਕਸ। ਤਾਂ ਸਾਬਰ ਕਲਾਸਿਸ ਦੇ ਵੱਲੋਂ ਸੀਟੈਟ ਦਾ ਜਿਹੜਾ ਹੈ ਜੀ ਇੱਕ ਪੂਰੇ ਇੰਡੀਆ ਲੈਵਲ ਦੇ ਉੱਪਰ ਅਭਿਆਨ ਸ਼ੁਰੂ ਕੀਤਾ ਹੈ। ਤਾਂ ਜਿਹੜੇ ਸਟੂਡੈਂਟਸ ਸੀਟੈਟ ਦੀ ਤਿਆਰੀ ਕਰਨਾ ਚਾਹੁੰਦੇ ਆ ਜੀ ਤੇ ਉਹਨਾਂ ਲਈ ਇੱਕ ਖਾਸ ਜਿਹੜੀ ਜਾਣਕਾਰੀ ਹੈ ਕਿ ਸਾਬਰ ਕਲਾਸਿਸ ਦੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ WhatsApp ਮੈਸੇਜ ਦੇ ਵਿੱਚ ਆਪਣਾ ਨੇਮ ਟਾਈਪ ਕਰਨਾ ਹੈ, ਫਿਰ ਸੀਟੈਟ ਟਾਈਪ ਕਰਨਾ ਹੈ ਤੇ ਉਸ ਤੋਂ ਬਾਅਦ ਸਟੇਟ ਟਾਈਪ ਕਰਨਾ ਹੈ ਜੀ। ਤਾਂ ਇਹ ਜਿਹੜੀ ਜਾਣਕਾਰੀ ਹੈ ਜੀ ਤੁਸੀਂ ਇਹਨਾਂ ਮੋਬਾਈਲ ਨੰਬਰ ਦੇ ਉੱਪਰ ਤੁਸੀਂ ਸੈਂਡ ਕਰ ਸਕਦੇ ਹੋ ਔਰ WhatsApp ਗਰੁੱਪ ਦੇ ਵਿੱਚ ਜਿਹੜੀ ਹੈ ਤੁਸੀਂ ਜੁੜ ਜਾਓਗੇ ਜੀ। ਦੂਸਰੀ ਗੱਲ ਕਿ ਜਿਹੜਾ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੁੜਨ ਲਈ ਕੀ ਹੈ ਜੀ, ਤੁਸੀਂ ਟੈਲੀਗ੍ਰਾਮ ਦੇ ਵਿੱਚ ਜਿਹੜੀ ਹੈ ਸਾਵਲ ਸੀਟੈਟ ਦੇ ਉੱਪਰ ਸਰਚ ਕਰਕੇ ਇਸ ਗਰੁੱਪ ਦੇ ਵਿੱਚ ਤੁਸੀਂ ਜੁੜ ਸਕਦੇ ਹੋ ਔਰ WhatsApp ਗਰੁੱਪ ਦੇ ਨਾਲ ਨਾਲ ਟੈਲੀਗ੍ਰਾਮ ਗਰੁੱਪ ਦੇ ਵਿੱਚ ਵੀ ਕੀ ਹੈ ਕਿ ਸੀਟੈਟ ਦੀ ਜਿਹੜੀ ਹੈ PDF ਸੈਂਡ ਕੀਤੀ ਜਾਂਦੀ ਹੈ ਔਰ ਉਸ ਦੇ ਨਾਲ ਕੀ ਤੁਹਾਡੀ ਤਿਆਰੀ ਜਿਹੜੀ ਹੈ ਜੀ ਇੱਕ ਚੰਗੇ ਲੈਵਲ ਦੇ ਉੱਪਰ ਹੋ ਜਾਵੇਗੀ। ਤਾਂ ਆਓ ਜੀ ਫਿਰ ਆਪਾਂ ਪੰਜਾਬੀ ਦਾ ਪੇਪਰ ਜੋ ਸੀਟੈਟ ਦੇ ਵਿੱਚ ਆਇਆ ਸੀ ਉਸ ਨੂੰ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਜੋ ਕਿ ਇੱਕ ਪੈਰਾ ਰਚਨਾ ਦੇ ਨਾਲ ਸ਼ੁਰੂ ਹੋਇਆ ਜੀ। ਜਿਵੇਂ ਕਿ ਆਪਾਂ ਪਹਿਲਾਂ ਕੱਲ ਵੀ ਗੱਲ ਕੀਤੀ ਸੀ ਲਾਸਟ ਜਿਹੜਾ ਪੇਪਰ ਸੀ ਆਪਣਾ, ਤਾਂ ਇਸ ਦੇ ਵਿੱਚ ਜਿਵੇਂ ਕਿ ਆਪਾਂ ਗੱਲ ਕਰਦੇ ਕਿ ਸਾਰੇ ਦੇ ਜਿਹੜੇ ਓਰੀਜਨਲ ਪੇਪਰ ਹੋਏ ਅੱਜ ਤੱਕ 2011 ਤੋਂ ਲੈ ਕੇ 2019 ਦਸੰਬਰ ਤੱਕ ਜਿੰਨੇ ਵੀ ਪੇਪਰ ਜਿਹੜੇ ਹੋਏ ਆ ਤਾਂ ਉਹ ਸਾਰੇ ਹੀ ਆਪਾਂ ਡਿਸਕਸ ਕਰਾਂਗੇ। ਜਿਵੇਂ ਕਿ ਅਲੱਗ-ਅਲੱਗ ਟੀਚਰਸ ਦੇ ਦੁਆਰਾ ਕੀ ਹੈ ਜੀ ਹਰੇਕ ਸਬਜੈਕਟ ਦੇ ਜਿਹੜੇ ਹੈ ਉਹ ਪੇਪਰ ਡਿਸਕਸ ਕੀਤੇ ਜਾ ਰਹੇ ਆ। ਜਿਵੇਂ ਕਿ ਮੇਰਾ ਪੰਜਾਬੀ ਵਿਸ਼ਾ ਹੈ ਤਾਂ ਪੰਜਾਬੀ ਦਾ ਵੀ ਫਿਰ ਆਪਾਂ ਬਿਲਕੁਲ ਉਸੇ ਤਰੀਕੇ ਨਾਲ ਸਾਰੇ ਹੀ ਜਿਹੜੇ ਪੇਪਰ ਹੈ ਡਿਸਕਸ ਕਰਾਂਗੇ ਜੀ। ਇਸ ਦੇ ਨਾਲ ਕੀ ਹੈ ਜੀ ਸਟੂਡੈਂਟਸ ਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੇ ਬਾਰੇ ਜਾਣਕਾਰੀ ਹੋ ਜਾਂਦੀ ਹੈ ਜਿਸ ਦੇ ਸਾਰੇ ਨਾਲ ਉਹਨਾਂ ਦੀ ਇੱਕ ਵਧੀਆ ਲੈਵਲ ਦੀ ਜਿਹੜੀ ਹੈ ਗਿਆਨ ਜਿਹੜਾ ਹੈ ਪ੍ਰਾਪਤ ਹੋ ਜਾਂਦਾ ਹੈ। ਤਾਂ ਜਿਵੇਂ ਕਿ ਪਹਿਲਾ ਰਚਨਾ ਪੇਪਰ ਦੇ ਵਿੱਚ ਕਿਉਂ ਆਉਂਦਾ ਜੀ, ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਪਹਿਲੇ ਲੈਕਚਰ ਦੇ ਵਿੱਚ ਕਿ ਜੋ ਸਟੂਡੈਂਟਸ ਹੈ ਜੀ ਪੇਪਰ ਦੇਣ ਜਾ ਰਹੇ ਆ ਉਹ ਆਪਣੇ ਜਿਹੜੇ ਕੰਮ ਦੀ ਕੋਈ ਸ਼ੁਰੂਆਤ ਕਰਦੀ ਹੈ ਜੀ ਉਸ ਤੋਂ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਪੂਰੇ ਧਿਆਨ ਨਾਲ ਉਸ ਕੰਮ ਨੂੰ ਕਰਦੇ ਹਨ ਜਾਂ ਨਹੀਂ ਕਰਦੇ ਹਨ ਜੀ। ਤਾਂ ਬਿਲਕੁਲ ਪਹਿਲਾ ਰਚਨਾ ਵੀ ਹੀ ਐਸੇ ਤਰੀਕੇ ਨਾਲ ਉਹਨਾਂ ਦੀ ਇੱਕ ਇਕਾਗਰਤਾ, ਉਹਨਾਂ ਦੀ ਪੜ੍ਹਨ ਦੀ ਜਿਹੜੀ ਯੋਗਤਾ ਜਾਂ ਉਹ ਪਹਿਲਾ ਰਚਨਾ ਦੇ ਵਿੱਚ ਭਾਵ ਕੀ ਹੈ, ਰਚਨਾ ਕੀ ਹੈ, ਕਲਪਨਾ ਕੀ ਹੈ, ਇਹ ਸਭ ਪੂਰੀ ਗਹਿਰਾਈ ਨਾਲ ਉਹ ਸਟੂਡੈਂਟਸ ਸਮਝ ਪਾਉਂਦਾ ਹੈ ਜਾਂ ਨਹੀਂ ਸਮਝ ਪਾਉਂਦਾ। ਇਸੇ ਦੇ ਲਈ ਹੀ ਪਹਿਲਾ ਰਚਨਾ ਜਿਹੜਾ ਹੈ ਉਹ ਪੇਪਰ ਦੇ ਵਿੱਚ ਪਾਇਆ ਜਾਂਦਾ ਹੈ ਜੀ, ਤਾਂ ਕਿ ਉਹਨਾਂ ਦੀ ਇਕਾਗਰਤਾ ਦੀ ਜਿਹੜੀ ਹੈ ਉਹ ਚੈੱਕ ਕੀਤਾ ਜਾ ਸਕੇ। ਤਾਂ ਆਓ ਜੀ ਫਿਰ ਆਪਾਂ ਇਹ ਪਹਿਲਾ ਰਚਨਾ ਪੜ੍ਹਦੇ ਹਾਂ ਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਇਸ ਦੇ ਪ੍ਰਸ਼ਨਾਂ ਦੇ ਉੱਤਰ ਡਿਸਕਸ ਕਰਾਂਗੇ ਜੀ। ਤਾਂ ਜਿਵੇਂ ਕਿ ਹੈ ਜੀ ਆਪਣਾ ਪਹਿਲਾ ਰਚਨਾ ਸ਼ੁਰੂ ਕਰਦੇ ਹਾਂ ਆਪਾਂ। ਕੈਦੋਂ ਹੀਰ ਦੀ ਸ਼ਿਕਾਇਤ ਲਾਉਂਦਾ ਹੈ, ਚੂਚਕ ਦਾ ਆਪਣੀ ਧੀ ਨਾਲ ਕੁਦਰਤੀ ਪਿਆਰ ਹੈ, ਉਸ ਦੇ ਇਤਬਾਰ ਹੈ, ਉਸ ਨੂੰ ਯਕੀਨ ਨਹੀਂ ਆਉਂਦਾ, ਕੈਦੋਂ ਅੱਖੀਂ ਦਿਖਾ ਦਿੰਦਾ ਹੈ, ਸ਼ਿਕਾਇਤ ਸੱਚੀ ਹੈ, ਚੂਚਕ ਮੰਨ ਲੈਂਦਾ ਹੈ। ਚੂਚਕ ਦੇ ਦਿਲ ਵਿੱਚ ਨਿਜ਼ਾਮ ਦੀ ਤੌਰ ਤੇ ਆਪਸ ਵਿੱਚ ਵਿਰੋਧੀ ਪ੍ਰੇਰਨਾਵਾਂ ਪਾਈਆਂ ਹੋਈਆਂ ਹਨ। ਬਤੌਰ ਬਾਪ ਉਹ ਹੀਰ ਨੂੰ ਬਾਇੱਜ਼ਤ ਤੇ ਸੁਖੀ ਵੇਖਣਾ ਚਾਹੁੰਦਾ ਹੈ। ਦੂਸਰੇ ਪਾਸੇ ਬਤੌਰ ਜਮਾਤੀ ਸਮਾਜ ਦੇ ਉੱਪਰਲੇ ਤਬਕੇ ਦੇ ਮੈਂਬਰ ਤੇ ਉਹ ਸਮਾਜਿਕ ਕੀਮਤਾਂ ਤੋਂ ਪ੍ਰੇਰਿਤ ਹੈ ਕਿ ਪ੍ਰੇਰਿਤ ਹੈ ਕਿ ਕੁਆਰੀ ਦਾ ਦੋਸਤੀ ਲਾਉਣਾ ਗੁਨਾਹ ਹੈ, ਸਮਾਜ ਵਿੱਚ ਹੀਣਤਾ ਹੈ, ਹਾਲਾਤ ਉਸ ਨੂੰ ਕੁੜਿੱਕੀ ਵਿੱਚ ਪਾ ਰਹੇ ਹਨ। ਹੀਰ ਨੂੰ ਰਾਂਝੇ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਹਟਦੀ ਨਹੀਂ, ਗੱਲ ਮੁਸ਼ਕਲ ਹੋ ਜਾਂਦੀ ਹੈ। ਚੂਚਕ ਬਤੌਰ ਬਾਪ ਆਪਣੀ ਬੱਚੀ ਵਾਸਤੇ ਪਿਆਰ ਦੀ ਇਸ਼ਕ ਨੂੰ ਵੀ ਕਿਸੇ ਹੱਦ ਤੱਕ ਸਮੋਹ ਲੈਣ ਨੂੰ ਤਿਆਰ ਹੋ ਜਾਂਦਾ ਹੈ। ਰਾਂਝੇ ਨਾਲ ਵਿਆਹੁਣ ਬਾਬਤ ਪੈਂਚਾਂ ਨਾਲ ਗੱਲ ਹਿਲਾਉਂਦਾ ਹੈ। ਉਹ ਸਿਆਲਾਂ ਦੀਆਂ ਜਾਈਆਂ ਆਇਆਂ ਗੋਲਿਆਂ ਨੂੰ ਵਿਆਹਣੋਂ ਇਨਕਾਰ ਕਰ ਦਿੰਦੇ ਹਨ। ਬਤੌਰ ਪਿਓ ਚੂਚਕ ਹਾਰ ਜਾਂਦਾ ਹੈ।
ਬਤੌਰ ਜਮਾਤੀ ਸਮਾਜ ਦੇ ਵਫਾਦਾਰ ਮੈਂਬਰ ਹੀ ਹੀਰ ਦੇ ਇਸ਼ਕ ਦਾ ਦੁਸ਼ਮਣ ਬਣ ਜਾਂਦਾ ਹੈ। ਖੇੜੇ ਸੱਦ ਲੈਂਦਾ ਹੈ, ਕਾਜ਼ੀ ਨੂੰ ਵੱਡੀ ਦੇ ਕੇ ਨਿਕਾਹ ਪੜਵਾ ਦਿੰਦਾ ਹੈ। ਨਿਜ਼ਾਮ ਦੀ ਤੋਰ ਪਿਓ ਕੋਲੋਂ ਆਪਣੀ ਧੀ ਤੇ ਜ਼ਬਰ ਕਰਵਾ ਦਿੰਦੀ ਹੈ, ਅੰਤ ਨੂੰ ਉਸ ਦੇ ਹੱਥੋਂ ਹੀ ਮਰਵਾ ਦਿੰਦੀ ਹੈ ਜੀ। ਠੀਕ ਹੈ ਜੀ। ਤਾਂ ਇਸ ਦੇ ਵਿੱਚ ਕੀ ਹੈ ਜੀ, ਆਪਾਂ ਗੱਲ ਵੇਖੀ ਹੈ ਕਿ ਹੀਰ ਤੇ ਰਾਂਝੇ ਦੇ ਪਿਆਰ ਦੇ ਬਾਰੇ ਵੀ ਗੱਲ ਕੀਤੀ ਗਈ ਹੈ ਤੇ ਉਸ ਦੇ ਪਿਆਰ ਨੂੰ ਜਿਹੜਾ ਹੈ ਜੀ ਪਰਿਵਾਰ ਦੀ ਸ਼ਮੂਲੀਅਤ ਅਤੇ ਚੂਚਕ ਦੀ ਜਿਹੜੀ ਹੈ ਉਸ ਆਪਣੇ ਜਿਹੜੇ ਕੈਦੋਂ ਹੈ ਜੀ ਉਹ ਸ਼ਿਕਾਇਤ ਕਰਨ ਦੀ ਜਿਹੜੀ ਹੈ ਘਟਨਾ ਦੇ ਵਿੱਚ ਜਾਣਕਾਰੀ ਜਿਹੜੀ ਦਿੱਤੀ ਗਈ ਹੈ। ਤਾਂ ਆਪਾਂ ਇਸ ਨੂੰ ਪੜ੍ਹਿਆ ਹੈ, ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਇਸ ਦੇ ਬਾਰੇ ਫਿਰ ਆਪਾਂ ਹੁਣ ਪ੍ਰਸ਼ਨ ਦੇ ਉੱਤਰ ਦੇਖਾਂਗੇ ਜੀ। ਪ੍ਰਸ਼ਨ ਹੈ ਜੀ 121 ਚੂਚਕ ਦੇ ਦਿਲ ਵਿੱਚ ਕਿਸ ਨੇ ਵਿਰੋਧੀ ਪ੍ਰੇਰਨਾਵਾਂ ਦਾਖਲ ਕੀਤੀਆਂ। ਬਿਲਕੁਲ ਜੀ, ਆਪਾਂ ਇਸ ਨੂੰ ਪੜ੍ਹਿਆ ਹੈ, ਉਹ ਕੀਤੀਆਂ ਜੀ ਦਾਖਲ ਕੀਤੀਆਂ 4th ਆਪਸ਼ਨ ਜੀ ਨਿਜ਼ਾਮ ਨੇ ਜੀ। ਠੀਕ ਹੈ, ਚੂਚਕ ਦੇ ਦਿਲ ਵਿੱਚ ਵਿਰੋਧੀ ਪ੍ਰੇਰਨਾਵਾਂ ਦਾਖਲ ਕੀਤੀਆਂ ਨਿਜ਼ਾਮ ਨੇ। ਅੱਗੇ ਹੈ ਜੀ ਪ੍ਰਸ਼ਨ ਨੰਬਰ 122 ਕਿਸ ਦੇ ਪ੍ਰਭਾਵ ਹੇਠ ਚੂਚਕ ਕੁਆਰੀ ਦਾ ਦੋਸਤੀ ਲਗਾਉਣਾ ਗੁਨਾਹ ਸਮਝਦਾ ਹੈ ਜੀ। ਠੀਕ ਹੈ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਦੂਸਰਾ, ਸਮਾਜਿਕ ਮੁੱਲਾਂ ਦੇ। ਠੀਕ ਹੈ, ਕੁਆਰੀ ਦਾ ਦੋਸਤੀ ਲਗਾਉਣਾ ਗੁਨਾਹ ਜਿਹੜਾ ਹੈ ਸਮਾਜਿਕ ਮੁੱਲਾਂ ਦੇ ਉੱਪਰ ਸਮਝਦਾ ਹੈ ਜੀ। ਅੱਗੇ ਦੇਖੋ ਪ੍ਰਸ਼ਨ ਨੰਬਰ 123 ਚੂਚਕ ਹੀਰ ਦੇ ਇਸ਼ਕ ਪ੍ਰਤੀ ਸੁਹਿਰਦਤਾ ਵਿਖਾਉਂਦਿਆਂ ਕੀ ਕੁਝ ਕਰਦਾ ਹੈ ਜੀ। ਹੀਰ ਨੂੰ ਨਿਕਾਹ ਕਰਨ ਦੀ ਇਜਾਜ਼ਤ ਦੇ ਦਿੰਦਾ ਹੈ। ਦੂਸਰਾ ਆਪਸ਼ਨ ਹੈ ਹੀਰ ਰਾਂਝੇ ਨੂੰ ਆਪਣੀ ਪੱਧਰ ਉੱਤੇ ਘਰ ਵਸਾਉਣ ਦੀ ਸਲਾਹ ਦਿੰਦਾ ਹੈ। ਦੋਹਾਂ ਦੇ ਵਿਆਹ ਬਾਰੇ ਪੰਚਾਂ ਨਾਲ ਸਲਾਹ ਕਰਦਾ ਹੈ। ਕਾਜ਼ੀ ਨੂੰ ਰਿਸ਼ਵਤ ਦੇ ਕੇ ਹੀਰ ਦਾ ਵਿਆਹ ਖੇੜੇ ਨਾਲ ਕਰਵਾ ਦਿੰਦਾ ਹੈ। ਤਾਂ ਇੱਥੇ ਫਿਰ ਆਏਗਾ ਜੀ ਆਨਸਰ, ਤੀਸਰਾ ਆਨਸਰ ਆਏਗਾ ਜੀ ਦੋਹਾਂ ਦੇ ਵਿਆਹ ਬਾਰੇ ਪੰਚਾਂ ਨਾਲ ਸਲਾਹ ਕਰਦਾ ਹੈ ਜੀ। ਤਾਂ ਬਿਲਕੁਲ ਇਹ ਪੈਰ ਰਚਨਾ ਦੇ ਵਿਚਕਾਰ ਦੀ ਗੱਲ ਆਪਾਂ ਆਈ ਸੀ, ਉਸ ਨੂੰ ਪੜਿਆ ਸੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 124 ਹੀਰ ਦੀ ਕਥਾ ਦਾ ਅੰਤ ਹੈ ਜੀ। ਕੀ ਅੰਤ ਹੈ? ਹੀਰ ਦੀ ਮੌਤ, ਹੀਰ ਦਾ ਰਾਂਝੇ ਨਾਲ ਨਿਕਾਹ, ਹੀਰ ਦਾ ਖੇੜੇ ਨਾਲ ਵਿਆਹ, ਹੀਰ ਦਾ ਉਦਲ ਜਾਣਾ ਜੀ, ਜਾਂ ਮਤਲਬ ਚਲੇ ਜਾਣਾ। ਉਦਲ ਹੁੰਦਾ ਚਲੇ ਜਾਣਾ ਜੀ। ਠੀਕ ਹੈ ਜੀ। ਤਾਂ ਇਸ ਦਾ ਆਨਸਰ ਕੀ ਆਏਗਾ ਜੀ, ਪਹਿਲਾ ਆਪਸ਼ਨ ਜੀ, ਹੀਰ ਦੀ ਮੌਤ ਜੀ। ਹੀਰ ਦੀ ਜਿਹੜੇ ਕਥਾ ਦਾ ਅੰਤ ਕਿਸ ਦੇ ਨਾਲ ਹੁੰਦਾ ਹੈ ਜੀ, ਹੀਰ ਦੀ ਮੌਤ ਦੇ ਨਾਲ ਜੀ। ਅੱਗੇ ਦੇਖੋ ਪ੍ਰਸ਼ਨ ਨੰਬਰ 125 ਸਮਾਜ ਦੇ ਵਫਾਦਾਰ ਵਜੋਂ ਚੂਚਕ ਹੇਠ ਲਿਖਿਆ ਵਿੱਚੋਂ ਕੀ ਨਹੀਂ ਕਰਦਾ। ਹਾਂਜੀ, ਕੀ ਨਹੀਂ ਕਰਦਾ ਇਹ ਆਪਾਂ ਦੇਖਣਾ ਹੈ। ਹੀਰ ਦੇ ਇਸ਼ਕ ਦਾ ਦੁਸ਼ਮਣ ਬਣਨਾ, ਕਾਜ਼ੀ ਨੂੰ ਰਿਸ਼ਵਤ ਦੇਣਾ, ਖੇੜਿਆਂ ਨੂੰ ਸੱਦਣਾ, ਰਾਂਝੇ ਦੇ ਕਤਲ ਦੀ ਸਾਜ਼ਿਸ਼ ਕਰਨਾ। ਤਾਂ ਇਸ ਦਾ ਆਨਸਰ ਆਏਗਾ ਜੀ 4th ਆਪਸ਼ਨ, ਰਾਂਝੇ ਦੇ ਕਤਲ ਦੀ ਸਾਜ਼ਿਸ਼ ਕਰਨਾ ਜੀ। ਪ੍ਰਸ਼ਨ ਨੰਬਰ 126 ਦੇਖੋ, ਗੱਲ ਮੁਸ਼ਕਿਲ ਹੈ ਵਾਕ ਵਿੱਚ ਹੋ ਜਾਂਦੀ ਹੈ ਕੀ ਹੈ ਜੀ। ਦੇਖੋ ਇੱਥੇ ਥੋੜੀ ਜੀ ਗਲਤੀ ਹੈ, ਆਪਾਂ ਇਸ ਨੂੰ ਸੁਧਾਰ ਕਰ ਲੈਂਦੇ ਹਾਂ। ਗੱਲ ਮੁਸ਼ਕਿਲ ਹੋ ਜਾਂਦੀ ਹੈ। ਠੀਕ ਹੈ, ਹੁਣ ਇਹਦੇ ਵਿੱਚ ਆਪਾਂ ਹੋ ਜਾਂਦੀ ਹੈ ਇਹ ਕੀ ਹੈ, ਇਹ ਆਪਾਂ ਵੇਖਣਾ ਜੀ। ਤਾਂ ਇਹ ਹੈ ਜੀ ਕਿਰਿਆ ਵਾਕਾਂਸ਼, ਮੁਸ਼ਕਿਲ ਹੋ ਜਾਂਦੀ ਹੈ। ਠੀਕ ਹੈ, ਤਾਂ ਇੱਥੇ ਕੀ ਹੈ ਜੀ, ਕਿਰਿਆ ਦਾ ਵਾਕਾਂਸ਼ ਹੈ, ਕਿਰਿਆ ਦਾ ਇੱਕ ਵਾਕ ਦਾ ਜਿਹੜਾ ਹੈ ਅੰਸ਼ ਹੈ ਜੀ। ਠੀਕ ਹੈ, ਅਜਿਹੇ ਕੁਐਸਚਨ ਅਕਸਰ ਹੀ ਰਿਪੀਟ ਹੋ ਜਾਂਦੇ ਪੇਪਰ ਦੇ ਵਿੱਚ। ਅੱਗੇ ਦੇਖਦੇ ਹਾਂ ਪ੍ਰਸ਼ਨ ਨੰਬਰ 127 ਗੋਲਿਆਂ ਸ਼ਬਦ ਦਾ ਪਹਿਰੇ ਦੇ ਸੰਦਰਭ ਵਿੱਚ ਕੀ ਅਰਥ ਹੈ ਜੀ। ਨੌਕਰ, ਮਾਲਕਾਂ, ਦਾਇਰਿਆਂ ਜਾਂ ਪੇਂਡੂਆਂ ਜੀ। ਤਾਂ ਗੋਲਿਆਂ ਜਿਹੜਾ ਸ਼ਬਦ ਹੈ ਜੀ ਆਪਣੇ ਕੋਲੇ, ਉਸ ਦਾ ਅਰਥ ਹੈ ਜੀ ਨੌਕਰ। ਤਾਂ ਅਜਿਹੇ ਦੇਖੋ ਜੀ ਪੇਪਰ ਦੇ ਵਿੱਚ ਕੋਈ ਅਰਥ ਆਉਂਦਾ ਹੈ ਤਾਂ ਉਹ ਪਹਿਰਾ ਰਚਨਾ ਦੇ ਅਨੁਸਾਰ ਹੀ ਉੱਤਰ ਦੇਣਾ ਹੁੰਦਾ ਹੈ, ਇਹ ਚੀਜ਼ ਦਾ ਤੁਸੀਂ ਧਿਆਨ ਰੱਖੋਗੇ। ਪ੍ਰਸ਼ਨ ਨੰਬਰ 128 ਦੇਖੋ, ਕੈਦੋਂ ਹੀਰ ਦੀ ਸ਼ਿਕਾਇਤ ਕਿਸ ਕੋਲ ਲਗਾਉਂਦਾ ਹੈ। ਚੂਚਕ ਕੋਲ, ਕਾਜ਼ੀ ਕੋਲ, ਰਾਂਝੇ ਕੋਲ, ਸੈਦੇ ਖੇੜੇ ਕੋਲ ਜੀ। ਤਾਂ ਇਹ ਬਿਲਕੁਲ ਆਪਾਂ ਪਹਿਰਾ ਰਚਨਾ ਦੇ ਸ਼ੁਰੂਆਤੀ ਲਾਈਨਾਂ ਦੇ ਵਿੱਚ ਵੀ ਵੇਖਿਆ ਸੀ, ਪੜਿਆ ਸੀ, ਸਮਝਿਆ ਸੀ। ਤਾਂ ਇਸ ਦਾ ਆਨਸਰ ਆਏਗਾ ਪਹਿਲਾ ਆਪਸ਼ਨ ਜੀ, ਕੈਦੋਂ ਹੀਰ ਦੀ ਸ਼ਿਕਾਇਤ ਚੂਚਕ ਕੋਲ ਲਗਾਉਂਦਾ ਹੈ।
ਅੱਗੇ ਹੈ ਜੀ ਇੱਕ ਹੋਰ ਪੈਰਾ ਰਚਨਾ, ਇਸ ਨੂੰ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਆਪਾਂ ਇਸ ਦੇ ਪ੍ਰਸ਼ਨਾਂ ਦੀ ਉੱਤਰ ਵੀ ਜਿਹੜਾ ਹੈ ਡਿਸਕਸ ਕਰਾਂਗੇ ਜੀ। ਤਾਂ ਜਿਵੇਂ ਕਿ ਪੈਰਾ ਰਚਨਾ ਸ਼ੁਰੂ ਹੁੰਦਾ ਹੈ ਜੀ, ਹੁਣ ਤਾਂ ਭਾਵੇਂ ਹਿੰਦੂ ਤੇ ਸਿੱਖ ਵੀ ਕਾਫੀਆਂ ਲਿਖਣ ਲੱਗ ਪਏ ਹਨ, ਪਰ ਸ਼ੁਰੂ ਵਿੱਚ ਇਹ ਗੀਤ ਸੂਫੀ ਫਕੀਰਾਂ ਨੇ ਹੀ ਵਰਤਿਆ। ਸੂਫੀ ਮਤ ਈਰਾਨ ਵਿੱਚ ਪੈਦਾ ਹੋਇਆ, ਜਿੱਥੇ ਸਾਮੀ ਨਸਲ ਦੇ ਅਰਬੀ ਖਿਆਲਾਂ ਦਾ ਟਾਕਰਾ ਆਰੀਆ ਨਸਲ ਦੀ ਈਰਾਨੀ ਤਹਿਜ਼ੀਬ ਨਾਲ ਹੋਇਆ। ਸਾਮੀ ਜਾਂ ਸੈਮਟਿਕ ਨਸਲ ਦੇ ਲੋਕ ਰੱਬ ਨੂੰ ਕੁਦਰਤ ਦੇ ਅੰਦਰ ਪਸਰਿਆ ਹੋਇਆ ਵੇਖਦੇ ਸਨ। ਜਦ ਦੋਹਾਂ ਖਿਆਲਾਂ ਦਾ ਮੋਲ ਹੋ ਗਿਆ, ਜਿਸ ਤੋਂ ਸੂਫੀ ਖਿਆਲ ਦੀ ਨੀਂਹ ਬੱਜੀ। ਸੂਫੀ ਮਤ ਵਿੱਚ ਰੱਬ ਨੂੰ ਸਭ ਦੇ ਅੰਦਰ ਤੇ ਸਭ ਦੇ ਬਾਹਰ ਮੰਨਿਆ ਗਿਆ, ਸਗੋਂ ਦੇਵਤਿਆਂ ਵਾਕਰ ਸਭ ਕੁਝ ਰੱਬ ਹੀ ਰੱਬ ਮੰਨਿਆ ਗਿਆ। ਇਸ ਦੇ ਸਾਮੀ ਜਾਂ ਮੁਸਲਮਾਨ ਅੰਸ਼ ਨੇ ਹੀ ਵਾਧਾ ਇਹ ਕੀਤਾ ਕਿ ਸੂਫੀ ਮਤ ਵਿੱਚ ਨਿਰੀ ਫਲਸਫਿਆਨਾ ਵਹਦਾਨੀਅਤ ਦੀ ਥਾਂ ਭਗਤੀ ਵਾਲੀ ਵਹਦਾਨੀਅਤ ਅਸਲੀ ਕੰਮ ਕਰਨ ਲੱਗੀ। ਰੱਬ ਨਾਲ ਅਭੇਦਤਾ ਦਾ ਅਸਲ ਸ਼ਰਈ ਲੋਕਾਂ ਨੂੰ ਖਤਰਨਾਕ ਪਾਸਿਆ ਕਰਦਾ ਹੈ। ਇਸ ਲਈ ਸੂਫੀ ਲੋਕ ਆਪਣੇ ਖਿਆਲ ਜਰਾ ਲੁਕਵੀਂ ਬੋਲੀ ਜਾਂ ਦੋ ਅਰਥੇ ਲਫ਼ਜ਼ਾਂ ਵਿੱਚ ਜ਼ਾਹਰ ਕਰਨ ਲੱਗ ਪਏ ਜੀ। ਤਾਂ ਇਹ ਆਪਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਜੀ। ਇਸ ਦੇ ਪ੍ਰਸ਼ਨ ਆਪਾਂ ਦੇਖਦੇ ਹਾਂ, ਸੂਫੀ ਮਤ ਦਾ ਨਿਕਾਸ ਕਿੱਥੇ ਹੁੰਦਾ ਹੈ ਜੀ, ਜਾਂ ਕਿੱਥੇ ਹੋਇਆ? ਤਾਂ ਇਸ ਦਾ ਆਨਸਰ ਕੀ ਆਏਗਾ ਜੀ ਆਪਣੇ ਕੋਲੇ? ਬਿਲਕੁਲ ਆਪਾਂ ਪੜ੍ਹਿਆ ਹੈ ਜੀ, ਈਰਾਨ ਦੇ ਵਿੱਚ। ਉਸ ਤੋਂ ਬਾਅਦ ਇੱਥੇ ਆਪਾਂ ਗੱਲ ਕੀਤੀ ਸੀ ਨਾ ਈਰਾਨੀ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 130, ਲੇਖਕ ਅਨੁਸਾਰ ਸੈਮਟਿਕ ਨਸਲ ਦੀ ਅਰਬੀ ਵਿਚਾਰਧਾਰਾ ਦਾ ਟਾਕਰਾ ਕਿਸ ਸਭਿਅਤਾ ਨਾਲ ਹੋਇਆ ਜੀ? ਯੂਨਾਨੀ, ਆਰੀਆ ਨਸਲ ਦੀ ਈਰਾਨੀ ਨਸਲ ਨਾਲ, ਆਰੀਆ ਨਸਲ ਦੇ ਭਾਰਤੀ ਤਹਿਜ਼ੀਬ ਨਾਲ, ਜਾਂ ਬੋਧੀਆਂ ਨਾਲ ਜੀ? ਤਾਂ ਬਿਲਕੁਲ ਆਪਾਂ ਇੱਥੇ ਗੱਲ ਕੀਤੀ ਸੀ ਆਰੀਆ ਨਸਲ ਦੀ, ਇੱਥੇ ਆਹ ਗੱਲ ਕੀਤੀ ਗਈ ਹੈ ਜੀ। ਤਾਂ ਆਰੀਆ ਨਸਲ ਦੀ ਈਰਾਨੀ ਨਸਲ ਨਾਲ ਜਿਹੜੀ ਹੈ ਉਹ ਟਾਕਰਾ ਕੀਤਾ ਗਿਆ। ਅੱਗੇ ਦੇਖਦੇ ਹਾਂ ਪ੍ਰਸ਼ਨ ਨੰਬਰ 131, ਰੱਬ ਨਾਲ ਅਭੇਦਤਾ ਦਾ ਅਸੂਲ ਕਿੰਨਾ ਕੁ ਖਤਰਨਾਕ ਲੱਗਦਾ ਹੈ? ਵੇਦਾਂਤੀਆਂ ਨੂੰ, ਸ਼ੰਕਰਾਚਾਰੀਆਂ ਨੂੰ, ਸ਼ਰਈ ਲੋਕਾਂ ਨੂੰ, ਜਾਂ ਸਨਾਤਨੀਆਂ ਨੂੰ? ਤਾਂ ਇੱਥੇ ਆਪਾਂ ਗੱਲ ਕੀਤੀ ਸੀ ਰੱਬ ਨਾਲ ਅਭੇਦਤਾ ਦਾ ਅਸਲ ਸ਼ਰਈ ਲੋਕਾਂ ਨੂੰ ਖਤਰਨਾਕ ਪਾਸਿਆ ਜਾਂਦਾ ਹੈ ਜੀ। ਤਾਂ ਇਸ ਦਾ ਫਿਰ ਆਨਸਰ ਕੀ ਹੈ ਜੀ ਆਪਣੇ ਕੋਲੇ? ਤੀਸਰਾ ਆਨਸਰ ਜੀ, ਸ਼ਰਈ ਲੋਕਾਂ ਨੂੰ। ਅੱਗੇ ਹੈ ਪ੍ਰਸ਼ਨ ਨੰਬਰ 132, ਰੱਬੀ ਅਭੇਦਤਾ ਬਾਰੇ ਸੂਫੀ ਲੋਕ ਆਪਣੇ ਖਿਆਲ ਕਿਵੇਂ ਜ਼ਾਹਰ ਕਰਦੇ ਹਨ ਜੀ? ਇਹ ਵੀ ਬਿਲਕੁਲ ਲਾਸਟ ਦੇ ਵਿੱਚ ਗੱਲ ਕੀਤੀ ਗਈ ਸੀ। ਇਹ ਲੁਕਵੇਂ ਢੰਗ ਨਾਲ, ਬੇਬਾਕੀ ਨਾਲ, ਨਿਚੱਕ ਹੋ ਕੇ, ਜਾਂ ਪ੍ਰਗਟ ਰੂਪ ਦੇ ਵਿੱਚ? ਤਾਂ ਇੱਥੇ ਆਪਾਂ ਗੱਲ ਫਿਰ ਬਿਲਕੁਲ ਸਪਸ਼ਟ ਹੋਈ ਸੀ। ਇਸ ਦਾ ਆਨਸਰ ਆਏਗਾ ਜੀ ਫਸਟ ਆਪਸ਼ਨ, ਲੁਕਵੇਂ ਢੰਗ ਨਾਲ ਜੀ। ਤਾਂ ਜਿਹੜੇ ਸਾਥੀ ਸਾਵਲ ਕਲਾਸਿਸ ਦੇ ਵਿੱਚ ਸੀਟੈਟ ਦੀ ਜਿਹੜੀ ਹੈ ਕੋਚਿੰਗ ਲੈਣਾ ਚਾਹੁੰਦੇ ਆ ਜੀ, ਆਨਲਾਈਨ ਪੇਡ ਗਰੁੱਪ ਬਿਲਕੁਲ ਐਸੇ ਤਰੀਕੇ ਨਾਲ ਜਿਹੜੀ ਹੈ ਕੋਚਿੰਗ ਦਿੱਤੀ ਜਾਂਦੀ ਹੈ। ਇਹ ਜਿਹੜੇ ਹੈ ਜੀ ਕੋਰਸ ਜੇ ਹੈ ਪੇਡ ਗਰੁੱਪ ਹੈ ਜੀ। ਅਗਰ ਤੁਹਾਡਾ ਜਿਹੜਾ ਹੈ ਪੇਪਰ ਫਸਟ ਹੈ ETT ਕੀਤੀ ਹੋਈ ਹੈ, ਜਾਂ ਤੁਹਾਡਾ ਸੈਕੰਡ ਪੇਪਰ ਹੈ ਜੀ, ਤੁਹਾਡਾ ਕੰਬੀਨੇਸ਼ਨ SST ਬਣਦਾ ਹੈ ਜਾਂ ਮੈਥ ਸਾਇੰਸ ਕੰਬੀਨੇਸ਼ਨ ਬਣਦਾ ਹੈ ਜੀ, ਤਾਂ ਸੀਟੈਟ ਦੀ ਜਿਹੜੀ ਹੈ ਤੁਸੀਂ ਇੱਕ ਸਾਵਲ ਕਲਾਸ ਦੇ ਉੱਪਰ ਕੀ ਹੈ ਜੀ ਇੱਕ ਵਧੀਆ ਪਲੇਟਫਾਰਮ ਹੈ ਜੀ, ਜੋ ਕਿ ਪੂਰੇ ਭਾਰਤ ਦੇ ਵਿੱਚ ਹੈ ਜੀ। ਇਸ ਦੀ ਕਲਾਸਿਸ ਲੱਗ ਰਹੀਆਂ ਹੈ, ਤਾਂ ਇਸ ਦੇ ਵਿੱਚ ਲਈ ਤੁਸੀਂ ਜਾਣਕਾਰੀ ਜਿਹੜੀ ਹੈ ਤੁਸੀਂ ਜੁਆਇਨ ਕਰਨਾ ਹੈ। ਤਾਂ ਸਾਹਿਲ ਸਰ ਤੇ ਦੀਪਕ ਸਰ ਦੇ ਇਹਨਾਂ ਮੋਬਾਈਲ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਜਿਹੜੀ ਹੈ ਕੋਚਿੰਗ ਲੈ ਸਕਦੇ ਹੋ ਜੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 133 ਜੀ। ਪ੍ਰਸ਼ਨ ਹੈ ਸ਼ਰਈ ਲੋਕਾਂ ਤੋਂ ਭਾਵ ਹੈ ਜੀ, ਕੀ ਭਾਵ ਹੈ ਜੀ? ਸ਼ਰਈ ਲੋਕ ਕੌਣ ਹੁੰਦੇ ਆ ਜੀ? ਪਾਠ ਪੂਜਾ ਕਰਨ ਵਾਲੇ ਸੰਨਿਆਸੀ, ਇਸਲਾਮ ਦੇ ਬਾਹਰੀ ਚਿੰਤਾ ਨੂੰ ਕੱਟੜਤਾ ਦੀ ਹੱਦ ਤੱਕ ਧਾਰਨ ਕਰਨ ਵਾਲੇ, ਇਸਲਾਮ ਦੇ ਬਾਹਰੀ ਭੇਖ ਦੇ ਵਿਰੋਧੀ, ਜਾਂ ਵੇਦਾਂਤੀ ਲੋਕ ਜੀ? ਤਾਂ ਬਿਲਕੁਲ ਆਪਾਂ ਸਹੀ ਤਰੀਕੇ ਨਾਲ ਪੜ੍ਹਿਆ ਹੀ ਹੈ ਜੀ। ਇਸ ਦਾ ਆਨਸਰ ਆਏਗਾ ਦੂਸਰਾ ਜੀ, ਇਸਲਾਮ ਦੇ ਬਾਹਰੀ ਚਿੰਨ੍ਹਾਂ ਨੂੰ ਕੱਟੜਤਾ ਦੀ ਹੱਦ ਤੱਕ ਧਾਰਨ ਕਰਨ ਵਾਲੇ। ਅੱਗੇ ਹੈ ਜੀ ਪ੍ਰਸ਼ਨ ਨੰਬਰ 134, ਸ਼ੁਰੂ ਵਿੱਚ ਇਹ ਗੀਤ
ਸੂਫੀ ਲੋਕਾਂ ਨੇ ਹੀ ਵਰਤਿਆ, ਇਸ ਵਿੱਚ ਇਹ ਕੀ ਹੈ ਜੀ? ਸ਼ੁਰੂ ਵਿੱਚ ਇਹ ਗੀਤ। ਹੁਣ ਇਹਦੇ ਵਿੱਚ ਜਿਵੇਂ ਕਿ ਆਪਾਂ ਗੱਲ ਕੀਤੀ ਹੈ ਜੀ ਵਿਸ਼ੇਸ਼ਣ ਦੀ, ਇਹਦੇ ਵਿੱਚ ਜਿਵੇਂ ਕਿ ਵਿਸ਼ੇਸ਼ਣ ਦੀਆਂ ਜਿਵੇਂ 5 ਕਿਸਮਾਂ ਹੁੰਦੀਆਂ, ਉਹਨਾਂ ਦੇ ਵਿੱਚੋਂ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ, ਇਹ ਵਿੱਚ ਪੁੱਛਿਆ ਕੀ ਹੈ ਜੀ? ਸੰਬੰਧਕ ਹੈ, ਨਿਪਾਤ ਹੈ, ਵਿਸ਼ੇਸ਼ਣ ਹੈ ਜਾਂ ਪੜਨਾਮ ਹੈ ਜੀ? ਤਾਂ ਇਸ ਦਾ ਆਨਸਰ ਆਏਗਾ ਜੀ ਤੀਸਰਾ ਆਪਸ਼ਨ ਵਿਸ਼ੇਸ਼ਣ ਜੀ। ਇਹ ਗੀਤ ਮਤਲਬ ਜਿਵੇਂ ਕਿ ਆਪਣੇ ਕੋਲ ਨਿਸ਼ਚੈਵਾਚਕ ਵਿਸ਼ੇਸ਼ਣ ਹੈ ਜੀ, ਨਿਸ਼ਚੈਵਾਚਕ ਵਿਸ਼ੇਸ਼ਣ, ਇਹ ਉਹ ਜਿੱਥੇ ਲੱਗੇ ਹੋਣ ਉਹ ਨਿਸ਼ਚੈਵਾਚਕ ਵਿਸ਼ੇਸ਼ਣ ਹੁੰਦਾ, ਪਰੰਤੂ ਇਹਦੇ ਵਿੱਚ ਤਾਂ ਕੁਐਸਚਨ ਹੀ ਬੜਾ ਆਸਾਨ ਪੁੱਛਿਆ ਗਿਆ ਕਿ ਹੈ ਕੀ, ਪੜਨਾਮ ਹੈ, ਨਿਪਾਤ ਹੈ ਜਾਂ ਸੰਬੰਧਕ ਹੈ। ਇਹਦੇ ਵਿੱਚ ਜਿਵੇਂ ਕਿ ਹੀ ਹੈ, ਜਿਹੜਾ ਹੀ ਉਹ ਕੀ ਹੈ ਜੀ? ਨਿਪਾਤ ਹੈ। ਠੀਕ ਹੈ, ਨਿਪਾਤ ਹੁੰਦਾ ਕਿ ਵਾਕ ਦੇ ਵਿੱਚ ਕਿਸੇ ਸ਼ਬਦਾਂ ਨੂੰ ਸਹਾਰਾ ਦੇਣ ਵਾਲਾ ਸ਼ਬਦ ਜੀ। ਅੱਗੇ ਹੈ ਪ੍ਰਸ਼ਨ ਨੰਬਰ 135, ਕਾਫੀ ਕਾਵਿ ਰੂਪ ਦੇ ਵਧੇਰੇ ਵਰਤੋਂ ਕਿਹਨਾਂ ਨੇ ਕੀਤੀ ਜੀ? ਜੋ ਕਿ ਆਪਾਂ ਪੈਰਾ ਰਚਨਾ ਦੇ ਵਿੱਚ ਪੜ੍ਹਿਆ ਹੀ ਹੈ ਜੀ। ਹਿੰਦੂ ਗੀਤਕਾਰਾਂ ਨੇ, ਸਿੱਖ ਗੁਰੂਆਂ ਨੇ, ਕਿੱਸਾਕਾਰਾਂ ਨੇ ਜਾਂ ਸੂਫੀ ਫਕੀਰਾਂ ਨੇ? ਤਾਂ ਇਸ ਦਾ ਆਨਸਰ ਕੀ ਹੈ? ਪੈਰਾ ਰਚਨਾ ਦੇ ਅਨੁਸਾਰ ਫੋਰਥ ਆਪਸ਼ਨ ਸੂਫੀ ਫਕੀਰਾਂ ਨੇ। ਉਸ ਤੋਂ ਬਾਅਦ ਆਪਾਂ ਫਿਰ ਅੱਗੇ ਚੱਲਦੇ ਹਾਂ ਜੀ। ਪ੍ਰਸ਼ਨ ਨੰਬਰ 136, 343 ਦਾ ਭਾਗ 2 ਧਾਰਾ ਅਨੁਸਾਰ ਸੰਵਿਧਾਨ ਪ੍ਰਦਾਨ ਕਰਦਾ ਹੈ ਜੀ। ਇਹ ਕੁਝ ਜਿਹੜੇ ਹੈ ਪੈਡਾਗੋਗੀ ਦੇ ਕੁਐਸਚਨ ਆ ਗਏ ਆਪਣੇ ਕੋਲੇ ਸਟੱਡੀ ਆਫ ਟੀਚਿੰਗ ਦੇ ਅਨੁਸਾਰ। ਤਾਂ ਇਸ ਦਾ ਆਨਸਰ ਆਪਾਂ ਦੇਖਣ ਜਾ ਰਹੇ ਹਾਂ ਜੀ ਕੀ ਹੋਣਾ ਚਾਹੀਦਾ ਹੈ। ਹਿੰਦੀ ਦੀ ਇੱਕ ਦਫ਼ਤਰੀ ਭਾਸ਼ਾ ਵਜੋਂ ਵਰਤੋਂ, ਹਿੰਦੀ ਦੀ ਇੱਕ ਸਹਿਯੋਗੀ ਦਫ਼ਤਰੀ ਭਾਸ਼ਾ ਵਜੋਂ ਵਰਤੋਂ, ਅੰਗਰੇਜ਼ੀ ਦੀ ਇੱਕ ਦਫ਼ਤਰੀ ਭਾਸ਼ਾ ਵਜੋਂ ਵਰਤੋਂ, ਅੰਗਰੇਜ਼ੀ ਦੀ ਇੱਕ ਸਹਿਯੋਗੀ ਦਫ਼ਤਰੀ ਭਾਸ਼ਾ ਵਜੋਂ ਵਰਤੋਂ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਆਪਣੇ ਕੋਲੇ ਡੀ ਆਪਸ਼ਨ, ਅੰਗਰੇਜ਼ੀ ਦੀ ਇੱਕ ਸਹਿਯੋਗੀ ਦਫ਼ਤਰੀ ਭਾਸ਼ਾ ਦੀ ਵਰਤੋਂ ਜੀ। ਇਹ ਗੱਲ ਕਹੀ ਗਈ ਹੈ ਆਰਟੀਕਲ 343(2) ਦੇ ਅਨੁਸਾਰ ਜੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 137, ਦੇਖੋ ਇਹਨਾਂ ਵਿੱਚੋਂ ਕਿਹੜੀ ਇੱਕ ਕਲਾਸਿਕੀ ਭਾਸ਼ਾ ਦੀ ਕਸੌਟੀ ਨਹੀਂ ਹੈ ਜੀ? ਕਲਾਸਿਕੀ ਭਾਸ਼ਾ ਜਿਵੇਂ ਕਿ ਸੰਵਿਧਾਨ ਦੇ ਵਿੱਚ ਵੀ ਚਰਚਾ ਕੀਤੀ ਗਈ ਹੈ ਕਲਾਸਿਕੀ ਭਾਸ਼ਾ ਦੀਆਂ। ਠੀਕ ਹੈ, ਤਾਂ ਇਹਦੇ ਵਿੱਚ ਜਿਵੇਂ ਕਿ ਭਾਸ਼ਾ ਦਾ ਇੱਕ ਇਤਿਹਾਸ ਜਾਂ ਲਿਖਣ ਸਾਹਿਤ ਹੈ ਜੋ ਕਿ 1500 ਤੋਂ ਲੈ ਕੇ 2000 ਸਾਲ ਪੁਰਾਣਾ ਹੈ। ਦੂਸਰਾ ਦੇਖਦੇ ਹਾਂ ਕੁਝ ਪ੍ਰਾਚੀਨ ਸਾਹਿਤ ਜਾਂ ਮਹਾਕਾਵਿ ਭਾਸ਼ਾ ਵਿੱਚ ਲਿਖੇ ਗਏ ਮਿਲਦੇ ਹਨ। ਤੀਸਰਾ ਹੈ ਭਾਸ਼ਾ ਸੂਚੀਬੱਧ ਭਾਸ਼ਾ ਨਾਲ ਸੰਬੰਧਿਤ ਨਹੀਂ ਹੋਣੀ ਚਾਹੀਦੀ। ਅੱਗੇ ਹੈ ਭਾਸ਼ਾ ਦੀ ਆਪਣੀ ਮੌਲਿਕ ਸਾਹਿਤਕ ਪਰੰਪਰਾ ਹੈ ਅਤੇ ਇਹ ਦੂਸਰੇ ਭਾਸ਼ਾਈ ਫਿਰਕਿਆਂ ਤੋਂ ਉਧਾਰੀ ਨਾਲ ਲਈ ਗਈ ਹੈ। ਤਾਂ ਇਸ ਦਾ ਆਨਸਰ ਹੋਣਾ ਚਾਹੀਦਾ ਹੈ ਜੀ ਤੀਸਰਾ ਆਪਸ਼ਨ ਜੀ, ਭਾਸ਼ਾ ਸੂਚੀਬੱਧ ਭਾਸ਼ਾ ਨਾਲ ਸੰਬੰਧਿਤ ਨਹੀਂ ਹੋਣੀ ਚਾਹੀਦੀ ਜੀ। ਇਹ ਕੀ ਹੈ? ਇਸ ਕਲਾਸਿਕੀ ਭਾਸ਼ਾ ਦਾ ਜਿਹੜੀ ਕਸੌਟੀ ਨਹੀਂ ਹੈ। ਅੱਗੇ ਹੈ ਜੀ ਪ੍ਰਸ਼ਨ ਨੰਬਰ, ਦੇਖੋ ਹੁਣ ਦੇਖੋ ਸੀਟੈਟ ਦੇ ਵਿੱਚ ਸੰਵਿਧਾਨ ਦੇ ਵੀ ਜਿਹੜੇ ਹੈ ਕੁਝ ਕੁਐਸਚਨ ਆਰਟੀਕਲ ਦੁਆਰਾ ਪੁੱਛੇ ਜਾਂਦੇ ਆ, ਜਿਵੇਂ ਕਿ ਆਪਾਂ ਪ੍ਰਸ਼ਨ ਨੰਬਰ 136 ਤੇ 37 ਕੀਤਾ। ਠੀਕ ਹੈ, ਭਾਸ਼ਾ ਨਾਲ ਜੁੜੇ ਹੋਏ ਆਰਟੀਕਲ ਜਾਂ ਸੰਵਿਧਾਨ ਦੀਆਂ ਗੱਲਾਂ ਦਾ ਪੇਪਰ ਦੇ ਵਿੱਚ ਪੁੱਛਣੀਆਂ ਜਾਂਦੀਆਂ, ਤਾਂ ਇਸੇ ਤਰੀਕੇ ਨਾਲ ਆਪਾਂ ਨੂੰ ਇਹਦੇ ਬਾਰੇ ਵੀ ਤਿਆਰੀ ਕਰ ਲੈਣੀ ਚਾਹੀਦੀ ਹੈ। ਅੱਗੇ ਹੈ ਜੀ ਪ੍ਰਸ਼ਨ ਨੰਬਰ 138, ਸਿੱਖਿਆਰਥੀਆਂ ਦੀ ਸੁਣਨ ਯੋਗਤਾ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਨਾਲ? ਉਹਨਾਂ ਨਾਲ ਨਿਯਮਿਤ ਡਰਿਲ ਤੇ ਅਭਿਆਸ ਰਾਹੀਂ। ਡਰਿਲ ਦੀ ਵਿਧੀ ਕੀ ਹੁੰਦੀ ਹੈ ਜੀ? ਵਾਰ-ਵਾਰ ਅਭਿਆਸ ਕਰਾਉਣਾ, ਇੱਕੋ ਹੀ ਗੱਲ ਹੈ ਡਰਿਲ ਤੇ ਅਭਿਆਸ ਜੀ। ਉਹਨਾਂ ਨੂੰ ਇੱਕ ਕਹਾਣੀ ਸੁਣਾ ਕੇ ਉਸ ਤੇ ਆਧਾਰਿਤ ਸਵਾਲ ਪੁੱਛ ਕੇ, ਉਹਨਾਂ ਨੂੰ ਮੂਕ ਪੜਤ ਦਾ ਇੱਕ ਮੌਕਾ ਦੇ ਕੇ, ਉਸ ਨੂੰ ਸੈਰ ਸਪਾਟੇ ਲਈ ਬਾਹਰ ਲੈ ਜਾ ਕੇ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਦੂਸਰਾ ਆਪਸ਼ਨ, ਉਹਨਾਂ ਨੂੰ ਇੱਕ ਕਹਾਣੀ ਸੁਣਾ ਕੇ ਉਸ ਤੇ ਆਧਾਰਿਤ ਸਵਾਲ ਪੁੱਛ ਕੇ। ਤਾਂ ਬੱਚਿਆਂ ਨੂੰ ਜਦੋਂ ਕੋਈ ਕਹਾਣੀ ਸੁਣਾ ਦਿੱਤੀ ਗਈ ਹੈ ਫਿਰ ਉਸ ਤੋਂ ਸਵਾਲ ਪੁੱਛੇ ਜਾਣਗੇ ਤਾਂ ਉਹਨਾਂ ਦੀ ਸੁਣਨ ਯੋਗਤਾ ਦਾ ਮੁਲਾਂਕਣ ਕੀਤਾ ਜਾਏਗਾ ਕਿ ਉਹਨਾਂ ਨੇ ਕਹਾਣੀ ਨੂੰ ਵਧੀਆ ਢੰਗ ਤਰੀਕੇ ਨਾਲ ਪੂਰੇ ਇਕਾਗਰਤਾ ਨਾਲ ਸੁਣਿਆ ਹੈ ਜਾਂ ਨਹੀਂ ਸੁਣਿਆ ਜੀ। ਜੇ ਉਹ ਸਹੀ ਤਰੀਕੇ ਨਾਲ ਸੁਣਨਗੇ ਤਾਂ ਹੀ ਅਧਿਆਪਕ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਜਿਹੜੇ ਉੱਤਰ ਉਹ ਸਹੀ ਤੇ ਸਪਸ਼ਟ ਰੂਪ ਦੇ ਵਿੱਚ ਦੇ ਪਾਉਣਗੇ ਜੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 139, ਪੜਤ ਮਤਲਬ ਪੜਨਾ ਕੌਸ਼ਲ ਦੀ।
ਦੀ ਮੁੱਢਲੀ ਪੱਧਰ ਤੇ ਇੱਕ ਅਧਿਆਪਕ ਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਜੀ। ਕਿਸ ਉੱਪਰ ਕੇਂਦਰਿਤ ਕਰਨਾ ਚਾਹੀਦਾ ਹੈ? ਭਾਸ਼ਾ ਅੱਖਰਾਂ ਨੂੰ ਯਾਦ ਕਰਨ ਤੇ, ਭਾਸ਼ਾ ਦੀ ਰਵਾਨੀ ਉੱਪਰ, ਅੱਖਰ ਧੁਨੀ ਜਾਂ ਧਵਨੀ ਦੀ ਅਨੁਰੂਪਤਾ ਨੂੰ ਵਿਕਸਿਤ ਕਰਕੇ, ਚੌਥਾ ਹੈ ਪੜਤ ਦੀ ਸ਼ੁੱਧਤਾ ਉੱਪਰ ਜੀ। ਤਾਂ ਇਸ ਦਾ ਆਨਸਰ ਆਉਣਾ ਚਾਹੀਦਾ ਹੈ ਜੀ ਤੀਸਰਾ ਆਪਸ਼ਨ, ਅੱਖਰ ਧਵਨੀ ਦੀ ਅਨੁਰੂਪਤਾ ਨੂੰ ਵਿਕਸਿਤ ਕਰਕੇ ਜੀ। ਜਦੋਂ ਬੱਚਾ ਪੜ੍ਹਨ ਦੇ ਕੌਸ਼ਲ ਨੂੰ ਵਿਕਸਿਤ ਕਰਨ ਜਾ ਰਿਹਾ ਜੀ ਤਾਂ ਅਧਿਆਪਕ ਕਿਸ ਚੀਜ਼ ਦੇ ਉੱਪਰ ਧਿਆਨ ਦੇਵੇ? ਅੱਖਰ ਧਵਨੀ ਦੀ ਅਨੁਰੂਪਤਾ ਨੂੰ ਵਿਕਸਿਤ ਕਰਕੇ ਜੀ। ਮਤਲਬ ਜਿਵੇਂ ਜਿਵੇਂ ਅੱਖਰ ਲਿਖਿਆ ਗਿਆ ਉਹਨਾਂ ਨੂੰ ਕਿਸ ਢੰਗ ਨਾਲ ਉਸ ਨੂੰ ਬੋਲਣਾ ਹੈ, ਉਸ ਨੂੰ ਪੜ੍ਹਨਾ ਹੈ ਜੀ। ਠੀਕ ਹੈ, ਉਸ ਦੇ ਅਨੁਰੂਪ ਹੀ ਜਿਹੜਾ ਹੈ ਉਸ ਦਾ ਪੱਧਰ ਵਿਕਸਿਤ ਕੀਤਾ ਜਾਵੇ। ਅੱਗੇ ਦੇਖਦੇ ਹਾਂ ਜੀ ਪ੍ਰਸ਼ਨ ਨੰਬਰ 140, ਸੁਣਨਾ ਤੇ ਪੜ੍ਹਨਾ ਹਨ ਜੀ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਭਾਸ਼ਾ ਦੇ 4 ਕੌਸ਼ਲ ਹੁੰਦੇ ਆ ਜੀ, ਕੱਲ ਵੀ ਆਪਾਂ ਗੱਲ ਕੀਤੀ ਸੀ। ਠੀਕ ਹੈ, ਜਿਵੇਂ ਕਿ ਸੁਣਨਾ, ਪੜ੍ਹਨਾ, ਲਿਖਣਾ ਤੇ ਬੋਲਣਾ ਜੀ। ਠੀਕ ਹੈ, 1 2 3 ਤੇ 4 ਜੀ। ਹੁਣ ਆਪਾਂ ਦੇਖਦੇ ਹਾਂ ਸੁਣਨਾ ਤੇ ਬੋਲਣਾ, ਸੁਣਨਾ ਤੇ ਪੜ੍ਹਨਾ ਕੀ ਹੈ ਜੀ। ਗ੍ਰਹਿਣ ਮੂਲਕ ਕੌਸ਼ਲ ਹੈ, ਅਭਿਵਿਅਕਤੀ ਕੌਸ਼ਲ ਹੈ ਤੇ ਉਸ ਤੋਂ ਬਾਅਦ ਰੋਚਕ ਕਲਾਵਾਂ ਹਨ ਜਾਂ ਚਿੰਤਕ ਕਲਾਵਾਂ ਹਨ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਪਹਿਲਾ, ਗ੍ਰਹਿਣ ਮੂਲਕ। ਜਦੋਂ ਆਪਾਂ ਕੁਝ ਸੁਣਦੇ ਹਾਂ ਜਾਂ ਪੜ੍ਹ ਰਹੇ ਹਾਂ ਤਾਂ ਅਰਥਾਂ ਨੂੰ ਆਪਾਂ ਜਾਂ ਉਸਦੇ ਵਿਚਾਰਾਂ ਨੂੰ ਗ੍ਰਹਿਣ ਕਰ ਰਹੇ ਹਾਂ ਜੀ। ਠੀਕ ਹੈ, ਇਹਦੇ ਨਾਲ ਆਪਾਂ ਇੱਕ ਹੋਰ ਕੁਐਸਚਨ ਕਰ ਲਈਏ, ਲਿਖਣਾ ਤੇ ਬੋਲਣਾ। ਜਦੋਂ ਆਪਾਂ ਕੋਈ ਲਿਖ ਰਹੇ ਹਾਂ, ਬੋਲ ਰਹੇ ਹਾਂ, ਠੀਕ ਹੈ, ਉਹਦੀ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ। ਉਸ ਨੂੰ ਜਿਹੜਾ ਲਿਖਿਆ ਜਾ ਰਿਹਾ ਜੀ ਉਹ ਵੀ ਕੀ ਇੱਕ ਤਰ੍ਹਾਂ ਦੀ ਚੀਜ਼, ਪ੍ਰੋਡਕਟ ਤਿਆਰ ਹੋ ਰਿਹਾ, ਤਾਂ ਉਹ ਕੀ ਹੈ ਜੀ, ਅਭਿਵਿਅਕਤੀ ਕੌਸ਼ਲ ਹੋ ਗਿਆ ਜੀ ਉਹ। ਠੀਕ ਹੈ, ਅਭਿਵਿਅਕਤੀ ਕੌਸ਼ਲ ਜਾਂ ਪੰਜਾਬੀ ਦੇ ਵਿੱਚ ਪ੍ਰੋਡਕਟਿਵ ਵੀ ਆ ਸਕਦਾ ਹੈ ਜੀ, ਪ੍ਰੋਡਕਟਿਵ ਕੌਸ਼ਲ ਮਤਲਬ ਕੋਈ ਪ੍ਰੋਡਕਟ ਤਿਆਰ ਹੋ ਰਿਹਾ ਜੀ। ਠੀਕ ਹੈ, ਤਾਂ ਇਸ ਕੁਐਸਚਨ ਦੇ ਵਿੱਚ ਆਪਾਂ 2 ਕੁਐਸਚਨ ਡਿਸਕਸ ਕਰ ਲਿਆ। ਅੱਗੇ ਵਧਦੇ ਹਾਂ ਜੀ ਪ੍ਰਸ਼ਨ ਨੰਬਰ 141 ਦੇ ਉੱਪਰ ਜੀ। ਅਧਿਆਪਨ ਯੁਵਾ ਲੇਖਕਾਂ ਪ੍ਰਤੀ ਉਹਨਾਂ ਦੀਆਂ ਵਿਅਕਤੀਗਤ ਲੋੜਾਂ ਅਨੁਸਾਰ ਜਵਾਬਦੇਹ ਹੋ ਸਕਦੇ ਹਨ। ਕਿਵੇਂ ਹੋ ਸਕਦੇ ਹਨ ਜੀ? ਉਹਨਾਂ ਦੀਆਂ ਵਿਆਕਰਨਕ ਗਲਤੀਆਂ ਉੱਪਰ ਵਿਸਥਾਰ ਪੂਰਵਕ ਫੀਡ ਲੈ ਕੇ, ਉਹਨਾਂ ਵੱਲੋਂ ਕੀਤੇ ਕੰਮ ਦੇ ਹਵਾਲੇ ਨਾਲ ਵਿਸ਼ੇਸ਼ ਟਿੱਪਣੀਆਂ ਕਰਕੇ ਅਤੇ ਉਹਨਾਂ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਕੇ, ਉਹਨਾਂ ਨੂੰ ਗਲਤੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਲਈ ਕਹਿ ਕੇ, ਜਾਂ ਜਮਾਤ ਵਿੱਚ ਉਹਨਾਂ ਵੱਲੋਂ ਕੀਤੀ ਚੰਗੀ ਲਿਖਤ ਨੂੰ ਸਨਮਾਨਿਤ ਕਰਕੇ ਜੀ। ਤਾਂ ਇਹਦੇ ਵਿੱਚ ਅਧਿਆਪਨ ਯੁਵਾ ਲੇਖਕਾਂ ਪ੍ਰਤੀ ਉਹਨਾਂ ਦੀਆਂ ਵਿਅਕਤੀਗਤ ਲੋੜਾਂ ਅਨੁਸਾਰ ਜਵਾਬਦੇਹ ਹੋ ਸਕਦੇ ਆ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਦੂਸਰਾ ਆਪਸ਼ਨ, ਉਹਨਾਂ ਵੱਲੋਂ ਕੀਤੇ ਕੰਮ ਦੇ ਹਵਾਲੇ ਨਾਲ ਵਿਸ਼ੇਸ਼ ਟਿੱਪਣੀਆਂ ਕਰਕੇ, ਉਹਨਾਂ ਦੇ ਚੰਗੇ ਕੰਮ ਦੀ ਸ਼ਲਾਘਾ ਕਰਕੇ ਜੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 142, ਮਾਂ ਬੋਲੀ ਇੱਕ ਸਾਧਨ ਵਜੋਂ ਵਰਤੋਂ ਦੇ ਸੰਬੰਧ ਵਿੱਚ ਕਿਹੜਾ ਕਥਨ ਸਹੀ ਨਹੀਂ ਹੈ ਜੀ। ਤਾਂ ਜਦੋਂ ਤੁਸੀਂ ਸੀਟੈਟ ਦਾ ਪੇਪਰ ਕਰਦੇ ਹੋ, ਕੋਈ ਅਜਿਹਾ ਪ੍ਰਸ਼ਨ ਆ ਜੇ ਨਹੀਂ ਵਾਲਾ, ਤਾਂ ਉਸ ਨੂੰ ਮਾਰਕ ਕਰ ਲਿਆ ਕਰੋ। ਦੇਖਦੇ ਆਪਾਂ, ਇਹ ਬੱਚਿਆਂ ਨੂੰ ਸਿੱਖਣ ਤੇ ਸਮਝਣ ਤੇ ਸੰਚਾਰ ਲਈ ਮਦਦਗਾਰ ਹੈ ਜੀ। ਇਹ ਬਿਲਕੁਲ ਠੀਕ ਹੈ। 142 ਨੰਬਰ, ਚਲੋ 142 ਨੰਬਰ ਉੱਪਰ ਹੈਗਾ, ਚਲੋ ਆਪਾਂ ਡਿਸਕਸ ਕਰਾਂਗੇ ਫਿਰ। ਤੇ ਉਸ ਤੋਂ ਬਾਅਦ ਹੈ ਜੀ, ਇਹ ਸਿੱਖਿਆਰਥੀਆਂ ਨੂੰ ਉਹਨਾਂ ਦੀ ਅਰਥ ਉਤਪਾਦਨ ਪ੍ਰਕਿਰਿਆ ਵਿੱਚ ਸਹਾਇਤਾ ਲਈ ਇੱਕ ਉਸਾਰੂ ਭੂਮਿਕਾ ਨਿਭਾਉਂਦੀ ਹੈ ਜੀ। ਇਹ ਵੀ ਸਹੀ ਹੈ। ਮਾਂ ਬੋਲੀ ਵਧੇਰੇ ਅਧਿਆਪਨ ਲਈ ਰਾਹ ਖੋਲਦੀ ਹੈ ਜੀ। ਇਹ ਵੀ ਸਹੀ ਹੈ। ਇਹ ਦੂਜੀ ਭਾਸ਼ਾ ਨੂੰ ਅਣਦੇਖਿਆ ਕਰਨ ਦੀ ਮਦਦ ਕਰਦੀ ਹੈ ਜੀ। ਇਹ ਜਿਹੜਾ ਹੈ ਆਪਸ਼ਨ ਗਲਤ ਹੈ ਜੀ। ਤਾਂ ਆਨਸਰ ਕੀ ਆਏਗਾ ਫਿਰ ਇਸ ਦਾ? 4th ਆਨਸਰ ਜੀ। ਤਾਂ 142 ਨੰਬਰ ਆਪਣਾ ਉੱਪਰ ਜਿਹੜਾ ਹੈ ਜੀ ਡਿਸਕਸ ਕਰਨ ਜਾ ਰਹੇ ਹਾਂ ਜੀ, ਸਕਿਪ ਹੋ ਗਿਆ ਸੀ। ਭਾਸ਼ਾ ਦੀ ਗ੍ਰਹਿਣ ਯੋਗਤਾ ਤੇ ਭਾਸ਼ਾ ਦੀ ਸਿਖਲਾਈ ਦਰਮਿਆਨ ਹੇਠ ਲਿਖਿਆਂ ਵਿੱਚੋਂ ਕਿਹੜਾ ਬੁਨਿਆਦੀ ਅੰਤਰ ਹੈ? ਹੁਣ ਕੱਲ ਦੇ ਪੇਪਰ ਦੇ ਵਿੱਚ ਜਿਹੜਾ ਆਪਣਾ ਸੀਗਾ ਲੈਂਗੁਏਜ ਫਸਟ, ਉਹਦੇ ਵਿੱਚ ਵੀ ਆਪਾਂ ਇਹ ਗੱਲ ਕੀਤੀ ਸੀ, ਭਾਸ਼ਾ ਦੀ ਪ੍ਰਾਪਤੀ, ਠੀਕ ਹੈ, ਅਰਜਨ ਕਰਨਾ ਜਾਂ ਅਰਜਿਤ ਕਰਨਾ, ਜਾਂ ਆਪਾਂ ਗੱਲ ਕੀਤੀ ਸੀ ਅਖਤਿਆਰ ਕਰਨਾ। ਇਹ ਸਭ ਕੁਝ ਕੀ ਹੁੰਦਾ ਜੀ? ਗ੍ਰਹਿਣਸ਼ੀਲਤਾ, ਜੋ ਕਿ ਬੱਚੇ ਦੇ ਪਰਿਵਾਰ ਦੇ ਵਿੱਚ ਜਾਂ ਮਾਤਰ ਭਾਸ਼ਾ ਜਦੋਂ ਸਿੱਖਦਾ ਹੈ ਜੀ ਉਸ ਨੂੰ ਕਹਿੰਦੇ ਆ। ਜਦੋਂ ਬੱਚਾ ਸਕੂਲ ਦੇ ਵਿੱਚ ਸਿੱਖਦਾ ਹੈ ਜੀ ਉਸ ਨੂੰ ਆਪਾਂ ਕੀ ਕਹਿੰਦੇ ਨੇ ਜੀ? ਭਾਸ਼ਾ ਦੀ ਸਿਖਲਾਈ। ਜਾਂ ਇੱਕ ਸ਼ਬਦ ਹੋਰ ਹੈ, ਪੇਪਰ ਦੇ ਵਿੱਚ ਆ ਜਾਂਦਾ ਹੈ,
ਭਾਸ਼ਾ ਦਾ ਅਧਿਗਮ ਕਰਨਾ, ਠੀਕ ਹੈ, ਉਹ ਸਕੂਲ ਦੇ ਨਾਲ ਜੁੜਿਆ ਹੋਇਆ ਜੀ। ਤਾਂ ਇੱਕ ਤਾਂ ਜਿਹੜਾ ਹੈ ਪ੍ਰੋਸੈਸ ਮਾਤਰ ਭਾਸ਼ਾ ਯਾਨੀ ਕਿ ਪਰਿਵਾਰ ਦੀ ਭਾਸ਼ਾ ਸਿੱਖਣ ਲਈ, ਤੇ ਭਾਸ਼ਾ ਦੀ ਸਿਖਲਾਈ ਕੀ ਹੁੰਦੀ ਹੈ ਸਕੂਲ ਦੇ ਵਿੱਚ ਜਦੋਂ ਬੱਚਾ ਭਾਸ਼ਾ ਸਿੱਖਦਾ। ਹੁਣ ਇਹਨਾਂ ਦੇ ਵਿੱਚ ਬੁਨਿਆਦੀ ਅੰਤਰ ਪੁੱਛਿਆ ਗਿਆ ਕੀ ਹੈ, ਠੀਕ ਹੈ ਜੀ। ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ, ਘਰ ਦੇ ਵਿੱਚ ਜਿਹੜਾ ਬੱਚਾ ਹੈ ਜੀ ਉਹ ਕੁਦਰਤੀ ਮਾਹੌਲ ਦੇ ਵਿੱਚ ਸਿੱਖਦਾ ਹੈ, ਹੱਸਦਾ ਖੇਡਦਾ ਸਿੱਖਦਾ ਹੈ ਜੀ, ਕੋਈ ਉਸਦੇ ਨਿਯਮ ਨਹੀਂ ਹੁੰਦੇ। ਪਰੰਤੂ ਜਦੋਂ ਬੱਚਾ ਸਕੂਲ ਦੇ ਵਿੱਚ ਭਾਸ਼ਾ ਸਿੱਖਦਾ ਹੈ ਤਾਂ ਅਧਿਆਪਕ ਦੀ ਸਹਾਇਤਾ ਨਾਲ, ਵਿਸ਼ੇਸ਼ ਕੋਸ਼ਿਸ਼ਾਂ ਦੇ ਨਾਲ, ਠੀਕ ਹੈ, ਕੁਝ ਕੌਸ਼ਲਾਂ ਦਾ, ਸੂਤਰਾਂ ਦਾ ਧਿਆਨ ਰੱਖਦੇ ਹੋਏ, ਕੋਈ ਵਿਧੀਆਂ ਪ੍ਰਯੋਗਾਂ ਦਾ ਧਿਆਨ ਰੱਖਦੇ ਹੋਏ, ਮਤਲਬ ਇੱਕ ਸੋਚੀ ਸਮਝੀ ਪ੍ਰਕਿਰਿਆ ਹੈ ਭਾਸ਼ਾ ਦਾ ਸਿੱਖਣਾ, ਠੀਕ ਹੈ ਜੀ। ਤਾਂ ਅੰਤਰ ਕੀ ਹੈ ਦੋਨਾਂ ਦੇ ਵਿੱਚ, ਫਿਰ ਆਪਾਂ ਦੇਖਦੇ ਹਾਂ ਰਵਾਨੀ ਤੇ ਸ਼ੁੱਧਤਾ। ਉਸ ਤੋਂ ਬਾਅਦ ਹੈ ਭਾਸ਼ਾ ਤੱਕ ਪਹੁੰਚ ਦਾ ਪੱਧਰ ਤੇ ਸ਼ੁੱਧਤਾ ਦੀ ਗਤੀ, ਗਤੀ ਤੇ ਉਚਾਰਨ ਜੀ। ਇਸ ਦਾ ਸਹੀ ਆਨਸਰ ਹੈ ਫਿਰ ਦੂਸਰਾ ਆਪਸ਼ਨ ਜੀ, ਭਾਸ਼ਾ ਤੱਕ ਪਹੁੰਚ ਦਾ ਪੱਧਰ ਜੀ, ਠੀਕ ਹੈ ਜੀ। ਮਤਲਬ ਕੀ ਹੈ ਜੀ, ਪਹੁੰਚ ਦਾ ਪੱਧਰ ਕਿਵੇਂ ਹੈ ਜੀ, ਕਿ ਘਰ ਦੇ ਵਿੱਚ ਜਿਹੜਾ ਕੁਦਰਤੀ ਪਹੁੰਚ ਹੁੰਦੀ ਹੈ ਜੀ ਉਸ ਭਾਸ਼ਾ ਦੇ ਉੱਪਰ, ਤੇ ਜਿਹੜਾ ਸਕੂਲੀ ਭਾਸ਼ਾ ਹੁੰਦੀ ਹੈ ਉਹ ਫਿਰ ਸੋਚੀ ਸਮਝੀ ਪਹੁੰਚ ਹੁੰਦੀ ਹੈ ਜੀ, ਸੋਚੀ ਸਮਝੀ ਪਹੁੰਚ ਹੁੰਦੀ ਹੈ, ਜੋ ਕਿ ਬੜੀ ਹੀ ਪਲਾਨਿੰਗ ਦੇ ਨਾਲ, ਬੜੀ ਹੀ ਸੋਚ ਸਮਝ ਕੇ, ਸਿਧਾਂਤਾਂ ਦੇ ਉੱਪਰ ਚੱਲ ਕੇ, ਅਧਿਆਪਕ ਦੀ ਸਹਾਇਤਾ ਨਾਲ ਉਸ ਦੇ ਉੱਪਰ ਪਹੁੰਚ ਕੀਤੀ ਜਾਂਦੀ ਹੈ। ਅੱਗੇ ਜੀ ਪ੍ਰਸ਼ਨ ਨੰਬਰ 144, ਇੱਕ ਬੱਚੇ ਦੇ ਮੁੱਢਲੇ ਪੱਧਰ ਤੇ ਭਾਸ਼ਾਈ ਵਿਕਾਸ ਵਿੱਚ ਇਹਨਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਕੀ ਹੈ ਜੀ, ਵਿਆਕਰਨਕ ਗਿਆਨ, ਭਾਸ਼ਾ ਸੰਪੰਨ ਮਾਹੌਲ, ਭਾਸ਼ਾ ਦੀ ਪਾਠ ਪੁਸਤਕ ਜਾਂ ਇੱਕ ਬੱਚੇ ਦਾ ਮੁਲਾਂਕਣ ਜੀ। ਤਾਂ ਇਸ ਦਾ ਜਿਵੇਂ ਪਹਿਲੀ ਪੱਧਰ ਦੇ ਬੱਚੇ ਹੈ, ਠੀਕ ਹੈ, ਛੋਟੇ ਬੱਚੇ ਹੈ, ਪ੍ਰਾਇਮਰੀ ਦੇ ਬੱਚੇ ਹੈ, ਤਾਂ ਉਹਨਾਂ ਲਈ ਕੀ ਹੈ ਜੀ, ਭਾਸ਼ਾ ਸੰਪੰਨ ਜਿਹੜਾ ਹੈ ਮਾਹੌਲ ਦਿੱਤਾ ਜਾਵੇ ਜੀ। ਮਤਲਬ ਉਹਨਾਂ ਲਈ ਇੱਕ ਅਮੀਰ ਜਿਹੜਾ ਹੈ ਮਾਹੌਲ ਜਾਂ ਵਾਤਾਵਰਨ ਅਧਿਆਪਕ ਵੱਲੋਂ ਸਿਰਜਿਆ ਜਾਵੇ, ਜਿਸ ਦੇ ਵਿੱਚ ਕੀ ਹੈ ਬੱਚੇ ਨੂੰ ਸੁਤੰਤਰ ਛੱਡਿਆ ਜਾਵੇ, ਵੱਧ ਤੋਂ ਵੱਧ ਬੋਲਣ ਦੇ, ਵੱਧ ਤੋਂ ਵੱਧ ਜਿਹੜੇ ਹੈ ਜੀ ਉਹਨਾਂ ਨੂੰ ਭਾਸ਼ਾ ਦੇ ਪ੍ਰਯੋਗ ਕਰਨ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ ਜੀ। ਜਿੰਨਾ ਵੱਧ ਵਧੀਆ ਮਾਹੌਲ ਦਿੱਤਾ ਜਾਵੇਗਾ ਉਹਨਾਂ ਹੀ ਬੱਚਿਆਂ ਦਾ ਭਾਸ਼ਾ ਦਾ ਵਿਕਾਸ ਹੋਵੇਗਾ ਜੀ। ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 145 ਦੇ ਉੱਪਰ, ਪੋਰਟਫੋਲੀਓ ਕੀ ਚੀਜ਼ ਹੈ ਜੀ, ਕਿਸ ਚੀਜ਼ ਦਾ ਉਦਾਹਰਣ ਹੈ, ਸਵੈ ਮੁਲਾਂਕਣ, ਅਧਿਆਪਨ ਮੁਲਾਂਕਣ, ਸਵੈ ਅਤੇ ਅਧਿਆਪਨ ਮੁਲਾਂਕਣ ਦੋਵੇਂ, ਜਾਂ ਸਟੇਟ ਬੋਰਡ ਮੁਲਾਂਕਣ ਜੀ। ਤਾਂ ਪੋਰਟਫੋਲੀਓ ਹੈ ਜੀ ਸਵੈ ਅਤੇ ਅਧਿਆਪਨ ਮੁਲਾਂਕਣ ਦੋਵੇਂ। ਇਹ ਜਿਹੜਾ ਮੁਲਾਂਕਣ ਦਾ ਟੌਪਿਕ ਆਪਾਂ ਕਰਦੇ ਹਾਂ ਉਸ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਆਪਾਂ ਇਹ ਗੱਲਾਂ ਦੇਖਦੇ ਹੀ ਆਏ ਹਾਂ ਜੀ, ਠੀਕ ਹੈ। ਤਾਂ ਸਾਥੀਓ ਇੱਕ ਹੋਰ ਜਿਹੜੀ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਾਲ ਕਲਾਸ ਦੇ ਵਿੱਚ ਜਿਹੜੀ ਹੈ ਆਨਲਾਈਨ पेड ग्रुप ਜਿਹੜੇ ਹੈ ਜੀ ਉਹ ਸਟਾਰਟ ਹੋ ਚੁੱਕੀ ਹੈ, ਠੀਕ ਹੈ। ਤਾਂ ਜਲਦੀ ਤੋਂ ਜਲਦੀ ਕੀ ਜੀ ਆਪਣੀ ਐਨਰੋਲਮੈਂਟ ਕਰਵਾ ਕੇ ਜਿਹੜੇ ਸੀਟੈਟ ਦੀ ਇੱਕ ਵਧੀਆ ਲੈਵਲ ਦੇ ਉੱਪਰ ਤਿਆਰੀ ਜਿਹੜੀ ਤੁਸੀਂ ਸ਼ੁਰੂ ਕਰ ਸਕਦੇ ਹੋ ਜੀ। ਪ੍ਰਸ਼ਨ ਹੈ ਜੀ ਅੱਗੇ 146, ਕ੍ਰਾਸ ਵਰਡ ਪਜ਼ਲ ਕਿਸ ਨੂੰ ਵਿਕਸਿਤ ਕਰਨ ਵਿੱਚ ਮਦਦਗਾਰ ਹੈ, ਸੁਣਨ ਕੌਸ਼ਲ, ਲਿਖਣ ਕਲਾ, ਸ਼ਬਦਾਵਲੀ ਜਾਂ ਸਾਹਿਤਿਕ ਅਰਥ ਜੀ। ਤਾਂ ਇਸ ਦਾ ਅੰਤ ਜਿਹੜਾ ਹੈ ਜੀ ਕ੍ਰਾਸ ਵਰਡ ਪਜ਼ਲ, ਠੀਕ ਹੈ, ਇਹ ਸ਼ਬਦਾਵਲੀ ਵਿਕਸਿਤ ਕਰਨ ਦੀ ਲਈ ਮਦਦਗਾਰ ਹੈ ਜੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 147, ਇੱਕ ਬੋਲ ਕਾਰਜ ਸਪੀਕਿੰਗ ਐਕਟੀਵਿਟੀਜ਼ ਦਾ ਮੁਲਾਂਕਣ ਕਰਨ ਸਮੇਂ ਹੇਠ ਲਿਖਿਆਂ ਵਿੱਚੋਂ ਕਿਸ ਦੀ ਲੋੜ ਨਹੀਂ ਹੈ ਜੀ। ਨੈਗੇਟਿਵ ਪੜਨਾ ਆਪਾਂ, ਧੁਨੀਆਂ ਸ਼ਬਦਾਂ ਦਾ ਉਚਾਰਨ ਇਸ ਦੀ ਲੋੜ ਹੁੰਦੀ ਹੈ, ਵਿਸ਼ੇ ਵਿੱਚ ਸ਼ਬਦਾਂ ਦੇ ਢੁਕਵੇਂ ਰੂਪਾਂ ਦੇ ਵਰਤੋਂ ਇਸ ਵੀ ਹੁੰਦੀ ਹੈ, ਸ਼ਬਦਕੋਸ਼ ਅਤੇ ਸ਼ਬਦ ਭੰਡਾਰ ਦੀ ਵਰਤੋਂ ਇਹ ਵੀ ਹੁੰਦੀ ਹੈ, ਬਾਣੀ ਦੀ ਸਪਸ਼ਟਤਾ ਜੀ ਇਹ ਵੀ ਹੁੰਦੀ ਹੈ ਜੀ। ਤਾਂ ਇਹਦੇ ਵਿੱਚ ਜਿਹੜਾ ਇੱਕ ਨੈਗੇਟਿਵ ਹੈ ਜੀ ਆਪਣਾ ਤੀਸਰਾ ਨੈਗੇਟਿਵ ਹੈ, ਤਾਂ ਆਨਸਰ ਫਿਰ ਇਸ ਦਾ ਆਏਗਾ ਤੀਸਰਾ ਆਪਸ਼ਨ ਜੀ, ਸ਼ਬਦਕੋਸ਼ ਅਤੇ ਸ਼ਬਦ ਭੰਡਾਰ ਦੀ ਵਰਤੋਂ ਜੀ, ਠੀਕ ਹੈ, ਜੋ ਕਿ ਨਹੀਂ ਹੈ ਇਸ ਦਾ ਮੁਲਾਂਕਣ ਦਾ ਅਰਥ ਜੀ, ਠੀਕ ਹੈ। ਅੱਗੇ ਚਲਦੇ ਹਾਂ ਜੀ ਪ੍ਰਸ਼ਨ ਨੰਬਰ 148 ਦੇ ਉੱਪਰ, ਇੱਕ ਭਾਸ਼ਾ ਦੀ ਵਰਣਮਾਲਾ ਦੀਆਂ ਆਪਣੀਆਂ ਧੁਨੀਆਂ ਨਾਲ ਸੰਯੋਜਨ ਰਾਹੀਂ ਪੜ੍ਹਤ ਦੇ ਅਧਿਆਪਨ ਦੀ ਇੱਕ ਵਿਧੀ ਹੈ। ਪੜ੍ਹਤ ਮਤਲਬ ਪੜ੍ਹਨਾ, ਡਾਇਰੈਕਟ ਵਿਧੀ, ਫੋਨਿਕ ਵਿਧੀ, ਪੂਰਨ ਭਾਸ਼ਾ ਜਾਂ ਅੰਸ਼ਿਕ ਭਾਸ਼ਾ ਜੀ। ਤਾਂ ਜਿਵੇਂ ਕਿ ਆਪਾਂ ਦੇਖਦੇ ਹਾਂ ਜੀ ਕਿ ਵਰਣਮਾਲਾ ਦੀਆਂ ਆਪਣੀਆਂ ਧੁਨੀਆਂ ਨੂੰ ਸੰਯੋਜਨ ਰਾਹੀਂ ਪੜ੍ਹਨ ਦੀ ਇੱਕ ਵਿਧੀ ਹੈ ਜੀ ਫੋਨਿਕ ਵਿਧੀ। ਬੱਚਿਆਂ ਨੂੰ ਕੀ ਹੈ ਜੀ ਇਸ ਵਿਧੀ ਦੁਆਰਾ ਕਿ ਉਸ ਨੂੰ ਜਿਹੜੀਆਂ ਉਹਦੀ ਆਵਾਜ਼ਾਂ ਹੈ, ਧੁਨੀਆਂ ਹੈ ਜੀ, ਉਸ ਨੂੰ ਠੀਕ ਢੰਗ ਨਾਲ, ਸਪਸ਼ਟ ਢੰਗ ਨਾਲ ਬੱਚਿਆਂ ਨੂੰ ਸੁਣਾਇਆ ਜਾਂਦਾ ਹੈ।
ਬੱਚਿਆਂ ਨੂੰ ਉਹਨਾਂ ਦਾ ਉਚਾਰਨ ਠੀਕ ਢੰਗ ਨਾਲ ਸਪਸ਼ਟ ਕੀਤਾ ਜਾਂਦਾ ਹੈ ਅਤੇ ਉਹਨਾਂ ਦਾ ਜਿਹੜਾ ਪੜ੍ਹਨ ਦੀ ਜਿਹੜੀ ਕੌਸ਼ਲ ਹੈ ਉਸ ਨੂੰ ਵਿਕਸਿਤ ਕੀਤਾ ਜਾਂਦਾ ਹੈ। ਇਸ ਵਿਧੀ ਨਾਲ ਕੀ ਹੈ ਜੀ, ਬੱਚੇ ਸ਼ੁੱਧ ਅਤੇ ਸਪਸ਼ਟ ਪੜ੍ਹਨਾ ਸਿੱਖ ਜਾਂਦੇ ਹਨ। ਅੱਗੇ ਹੈ ਜੀ ਪ੍ਰਸ਼ਨ ਨੰਬਰ 149, ਪਾਠ ਪੁਸਤਕ ਤੋਂ ਅਗੇਰੇ ਜਾਣਾ ਮਤਲਬ ਅੱਗੇ ਜਾਣਾ ਦਾ ਕੀ ਅਰਥ ਹੈ ਜੀ? ਮਤਲਬ ਇੱਕ ਬੱਚੇ ਨੂੰ ਪਾਠ ਪੁਸਤਕ ਪੜ੍ਹਾਈ ਫਿਰ ਉਸ ਤੋਂ ਅੱਗੇ ਜਾਣ ਦਾ ਕੀ ਅਰਥ ਹੁੰਦਾ ਹੈ? ਠੀਕ ਹੈ, ਇੱਕ ਧਾਰਨਾ ਹੈ ਅੱਗੇ ਜਾਣਾ ਜਾਂ ਅਗੇਰੇ ਜਾਣਾ। ਪਾਠ ਪੁਸਤਕ ਤੋਂ ਵਾਧੂ ਅਧਿਆਪਨ ਸਮੱਗਰੀ ਮੁਹੱਈਆ ਕਰਵਾਉਣੀ। ਠੀਕ ਹੈ, ਹੋ ਸਕਦਾ ਹੈ ਅੱਗੇ ਦੇਖਦੇ ਹਾਂ, ਪਾਠ ਪੁਸਤਕ ਨੂੰ ਅੱਖੋਂ ਪਰੋਖੇ ਕਰਕੇ ਇਸ ਤੋਂ ਅੱਗੇ ਜਾਣਾ। ਹੁਣ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਗਿਆਨ ਪਾਠ ਪੁਸਤਕ ਆਧਾਰਿਤ ਹੋਣਾ ਚਾਹੀਦਾ ਜੀ। ਤਾਂ ਸਿਰਫ ਤੋਂ ਸਿਰਫ ਪਾਠ ਪੁਸਤਕ ਆਧਾਰਿਤ ਨਹੀਂ ਹੋਣਾ ਚਾਹੀਦਾ ਜਾਂ ਬੱਚੇ ਨੂੰ ਕਿਤਾਬੀ ਕੀੜਾ ਨਹੀਂ ਬਣਾਉਣਾ। ਪਾਠ ਪੁਸਤਕ ਤੋਂ ਅੱਗੇ ਜਾ ਕੇ ਬੱਚਿਆਂ ਉੱਪਰ ਵਾਧੂ ਭਾਰ ਨਾ ਪਾਉਣਾ ਜੀ, ਇਹ ਵੀ ਨੈਗੇਟਿਵ ਹੈ ਜੀ। ਇਸ ਦਾ ਸਹੀ ਆਨਸਰ ਹੈ ਜੀ ਆਪਣੇ ਕੋਲੇ ਪਹਿਲਾ ਆਪਸ਼ਨ ਜੀ, ਪਾਠ ਪੁਸਤਕ ਤੋਂ ਵਾਧੂ ਅਧਿਆਪਨ ਸਮੱਗਰੀ ਮੁਹੱਈਆ ਕਰਾਉਣਾ। ਮਤਲਬ ਪਾਠ ਪੁਸਤਕ ਦਾ ਅਧਿਆਪਕ ਨੇ ਪੜਾਉਣਾ ਹੀ ਪੜਾਉਣਾ ਹੈ, ਉਸ ਤੋਂ ਬਾਅਦ ਜਿਵੇਂ ਰਸਾਲੇ, ਅਖਬਾਰ ਜਾਂ ਪੱਤਰ ਪੱਤਰਿਕਾਵਾਂ ਜੀ, ਠੀਕ ਹੈ, ਜਾਂ ਹੋਰ ਵੀ ਜਿਹੜੀ ਹੈ ਪੜ੍ਹਨ ਦੀ ਜਿਹੜੀ ਸਮੱਗਰੀ ਹੈ ਉਹਨਾਂ ਨਾਲ ਬੱਚਿਆਂ ਨੂੰ ਜੋੜਨਾ। ਪੜ੍ਹਨ ਸਮੱਗਰੀ ਨਾਲ ਜੋੜਨਾ, ਉਸ ਨੂੰ ਕੀ ਕਹਿੰਦੇ ਆ ਜੀ, ਪਾਠ ਪੁਸਤਕ ਤੋਂ ਅੱਗੇ ਜਾਣਾ। ਮਤਲਬ ਸਿਰਫ ਪਾਠ ਕਿਤਾਬੀ ਕਿਹੜਾ ਨਹੀਂ ਬਣਾਉਣਾ, ਬੱਚੇ ਨੂੰ ਉਹਦਾ ਸਰਵਪੱਖੀ ਵਿਕਾਸ ਕਰਨਾ ਹੈ ਜੀ। ਤਾਂ ਅੱਜ ਦੇ ਪ੍ਰਸ਼ਨ ਦਾ ਪੇਪਰ ਦਾ ਜਿਹੜਾ ਆਖਰੀ ਕੁਐਸਚਨ ਹੈ ਜੀ, ਦੇਖਦੇ ਆਪਾਂ, ਅਧਿਆਪਕ ਤੀਜੀ ਜਮਾਤ ਦੇ ਬੱਚਿਆਂ ਨੂੰ ਲਿਫਾਫਾ ਬਣਾਉਣ ਲਈ ਨਿਰਦੇਸ਼ ਦਿੰਦਾ ਹੈ ਅਤੇ ਵਿਦਿਆਰਥੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ। ਇੱਕ ਭਾਸ਼ਾ ਦੀ ਜਮਾਤ ਵਿੱਚ ਇਹ ਕਾਰਜ ਵਿਦਿਆਰਥੀਆਂ ਦੀ ਕਿਸ ਮਦਦ ਜਿਹੜਾ ਕਲਾ ਦੇ ਨੂੰ ਵਧਾਉਣ ਦੇ ਵਿੱਚ ਮਦਦ ਕਰੇਗਾ ਜੀ? ਲਿਖਣ ਦੀ ਕਲਾ ਵਧਾਉਣ ਦੇ ਵਿੱਚ ਮਦਦ, ਬੋਲਣ ਦੀ ਕਲਾ ਦੇ ਵਿੱਚ ਜਿਹੜਾ ਹੈ ਵਧਾਉਣ ਦੀ ਮਦਦ ਕਰੇਗਾ, ਸੁਣਨ ਕਲਾ ਵਧਾਉਣ ਦੇ ਵਿੱਚ ਮਦਦ ਕਰੇਗਾ, ਸਿਰਜਣਾਤਮਕ ਵਧਾਉਣ ਦੀ ਮਦਦ ਕਰੇਗਾ ਜੀ। ਆਪਾਂ ਨੂੰ ਪਤਾ ਹੀ ਹੈ ਕਿ ਇੱਥੇ ਬੱਚਿਆਂ ਨੂੰ ਲਿਫਾਫਾ ਬਣਾਉਣਾ ਜਿਹੜਾ ਸਿਖਾਇਆ ਜਾ ਰਿਹਾ ਜੀ, ਮਤਲਬ ਕੋਈ ਕ੍ਰੀਏਟੀਵਿਟੀ ਦਾ ਕੰਮ ਕੀਤਾ ਜਾ ਰਿਹਾ ਹੈ। ਤਾਂ ਇਸ ਦਾ ਆਨਸਰ ਕੀ ਆਏਗਾ ਜੀ ਫਿਰ? ਫੋਰਥ ਆਪਸ਼ਨ ਜੀ। ਠੀਕ ਹੈ, ਸਿਰਜਣਾਤਮਕਤਾ ਵਧਾਉਣ ਵਿੱਚ ਮਦਦ ਕਰੇਗਾ ਜੀ। ਠੀਕ ਹੈ, ਤਾਂ ਇਹ ਸੀ ਜੀ ਆਪਣਾ 2019 ਦਸੰਬਰ ਦਾ ਪੇਪਰ ਜਿਹੜਾ ਹੈ ਜੀ ਫਸਟ ਦਾ ਸੈਕੰਡ ਜਿਹੜੀ ਲੈਂਗੁਏਜ ਜੀ। ਤਾਂ ਦੇਖੋ ਜੀ ਸਾਥੀਓ, ਸਾਬਲ ਕਲਾਸ ਦੇ ਵਿੱਚ ਤੁਸੀਂ ਜੇ ਬੈਂਕ ਦੀ ਕੋਚਿੰਗ ਲੈਣਾ ਚਾਹੁੰਦੇ ਹੋ, ਰੇਲਵੇ ਦੀ ਲੈਣਾ ਚਾਹੁੰਦੇ ਹੋ, ਨੈਟ ਦੀ, ਸੀਟੈਟ ਦੀ, ਐਸਐਸਸੀ ਦੀ, ਪੋਸਟ ਆਫਿਸ, ਪੀਐਸ ਟੈਟ ਜੋ ਅਤੇ ਪੰਜਾਬ ਦੇ ਹੋਰ ਵੀ ਜਿਹੜੇ ਹੈ ਬਹੁਤ ਸਾਰੇ ਜਿਹੜੇ ਹੈ ਕੰਪੀਟੀਸ਼ਨ ਐਗਜ਼ਾਮ ਦੇ ਬਾਰੇ ਔਰ ਮਾਸਟਰ ਕੈਡਰ ਦੀ ਹਰੇਕ ਸਬਜੈਕਟ ਦੀ ਕੋਚਿੰਗ ਜਿਹੜੀ ਹੈ ਉਹ ਆਨਲਾਈਨ ਜਿਹੜੀ ਹੈ ਦਿੱਤੀ ਜਾਂਦੀ ਹੈ ਜੀ। ਜਿਵੇਂ ਕਿ ਤੁਸੀਂ ਘਰ ਬੈਠੇ ਹੀ ਲੋਕਡਾਊਨ ਦੇ ਵਿੱਚ ਆਪਣੇ ਸਮੇਂ ਅਤੇ ਸ਼ਕਤੀ ਦਾ ਵਧੀਆ ਤਰੀਕੇ ਨਾਲ ਜਿਹੜਾ ਉਪਯੋਗ ਕਰ ਸਕਦੇ ਹੋ ਔਰ ਆਪਣੀ ਸਫਲਤਾ ਦੇ ਵੱਲ ਵੱਧ ਸਕਦੇ ਹੋ ਜੀ। ਤਾਂ ਹੋਰ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਬਲ ਕਲਾਸ ਦੇ ਇਹਨਾਂ ਜੋ ਕੰਟੈਕਟ ਨੰਬਰ ਦੇ ਉੱਪਰ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਜੀ। ਤਾਂ ਬਾਕੀ ਫਿਰ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸੀਟੈਟ ਦੇ ਜਿਹੜੇ ਜਿੰਨੇ ਵੀ ਪੇਪਰ ਹੋਏ ਆ ਜੀ, ਹਰੇਕ ਸਬਜੈਕਟ ਦੀ ਇਸੇ ਤਰੀਕੇ ਨਾਲ ਆਨਲਾਈਨ ਜਿਹੜੀ ਹੈ ਜੀ ਉਹ ਲੈਕਚਰਸ ਜਿਹੜੇ ਹੈ ਚੱਲਣਗੇ। ਤੇ ਸਾਰੇ ਸਾਥੀ ਇਹਨਾਂ ਨੂੰ ਜਰੂਰ ਦੇਖਿਆ ਕਰੋ, ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਆ ਕਰੋ ਜੀ। ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਜੀ। ਠੀਕ ਹੈ ਜੀ, ਫਿਰ ਮਿਲਦੇ ਹਾਂ ਫਿਰ ਆਪਾਂ ਕੱਲ ਇੱਕ ਹੋਰ ਸੀਟੈਟ ਦੇ ਪੇਪਰ ਦੇ ਨਾਲ। ਤਦ ਤੱਕ ਲਈ ਥੈਂਕ ਯੂ ਜੀ।